ਵੈਲਕਮ ਟੂ ਦਾ ਸ਼ੋ। ਮੈਂ ਤੁਹਾਡਾ ਮੇਜ਼ਬਾਨ ਡਾਕਟਰ ਮਲਿਕ। ਇਸ ਸ਼ੋ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਂਦਾ ਹੈ ਅਕਾਲ ਚੈਨਲ ਤੇ ਐਵਰੀ ਸੈਟਰਡੇ ਦੀ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਲਾਈਵ ਕਾਲ ਲਿਆਂਗਾ ਤੇ ਅਗਰ ਤੁਹਾਡਾ ਕੋਈ ਮਸਲਾ ਹੈ ਜਿਹੜਾ ਕਿ ਇਮੀਗ੍ਰੇਸ਼ਨ ਤੋਂ ਰਿਲੇਟਡ ਹੈ ਤੇ ਤੁਸੀਂ ਉਸ ਦਾ ਹੱਲ ਲੱਭ ਰਹੇ ਹੋ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਮੇਰੇ ਤੋਂ ਲਾਈਵ ਐਡਵਾਈਸ ਲੈ ਸਕਦੇ ਹੋ। ਤੇ ਜਦੋਂ ਤੁਸੀਂ ਫੋਨ ਕਰੋ ਤਾਂ ਪਲੀਜ਼ ਜਦੋਂ ਕਾਲ ਮਿਲ ਜਾਏ ਟੈਲੀਫੋਨ ਦੀ ਜਿਹੜੇ ਟੈਲੀਵਿਜ਼ਨ ਦੀ ਆਵਾਜ਼ ਹੈ ਉਹ ਥੋੜੀ ਤੁਸੀਂ ਘੱਟ ਕਰ ਦੇਣੀ ਹੈ। ਅਗਰ ਟੈਲੀਫੋਨ ਦੀ ਆਵਾਜ਼ ਘੱਟ ਹੋਏਗੀ ਤੇ ਫਿਰ ਅਸੀਂ ਤੁਹਾਡੀ ਆਵਾਜ਼ ਸੁਣ ਸਕਾਂਗੇ। ਵਰਨਾ ਇਹ ਹੋਣਾ ਕਿ ਤੁਹਾਡੀ ਆਵਾਜ਼ ਤੇ ਤੁਹਾਡੇ ਟੈਲੀਵਿਜ਼ਨ ਜਿਹੜਾ ਬੈਕਗਰਾਉਂਡ ਲੱਗਾ ਹੈ ਤੁਸੀਂ ਦੋਵਾਂ ਦੀ ਆਵਾਜ਼ ਮਿਲ ਕੇ ਆਣੀ ਤੇ ਮੈਨੂੰ ਪਤਾ ਨਹੀਂ ਚੱਲਣਾ, ਸਾਨੂੰ ਪਤਾ ਨਹੀਂ ਚੱਲਣਾ ਕਿ ਤੁਹਾਡਾ ਕੁਐਸਚਨ ਕੀ ਹੈ, ਚूंकि ਦੋ ਆਵਾਜ਼ਾਂ ਮਿਲ ਕੇ ਆਣੀਆਂ। ਤੇ ਲਿਹਾਜ਼ਾ ਜਦੋਂ ਤੁਹਾਡੀ ਕਾਲ ਮਿਲ ਜਾਏ ਤਾਂ ਤੁਸੀਂ ਉਸ ਵੇਲੇ ਆਪਣੇ ਟੈਲੀਵਿਜ਼ਨ ਦੀ ਜਿਹੜੀ ਆਵਾਜ਼ ਹੈ ਉਹ ਬਿਲਕੁਲ ਘੱਟ ਕਰ ਦੇਣੀ ਹੈ। ਤੇ ਦੂਸਰੀ ਗੱਲ ਇਹ ਕਿ ਅਗਰ ਤੁਸੀਂ ਕੋਈ ਕੰਪਲਿਕੇਟਡ ਸਵਾਲ ਹੈ ਜਾਂ ਕੋਈ ਕੰਪਲਿਕੇਟਡ ਮਸਲਾ ਹੈ ਜਾਂ ਤੁਹਾਡਾ ਕੋਈ ਕੇਸ ਚੱਲ ਰਿਹਾ ਹੈ ਤਾਂ ਜ਼ਿਆਦਾ ਬਿਹਤਰ ਹੈ ਕਿ ਤੁਸੀਂ ਕਿਸੇ ਵਕੀਲ ਨੂੰ ਜਾ ਕੇ ਮਿਲ ਲਿਓ, ਉਹਨਾਂ ਨੂੰ ਸਾਰੇ ਪੇਪਰ ਦੱਸ ਕੇ ਤੋਂ ਤੋਂ ਐਡਵਾਈਸ ਲੈ ਲਿਓ। ਇਸ ਪ੍ਰੋਗਰਾਮ ਦੇ ਵਿੱਚ ਸਿਰਫ ਤੁਹਾਡਾ ਕੋਈ ਇੱਕ ਸਵਾਲ ਅਗਰ ਛੋਟਾ ਮੋਟਾ ਸਵਾਲ ਹੈ ਜਿਹੜਾ ਕਿ ਅਸੀਂ ਤੁਹਾਡੀ ਫਾਈਲ ਦੇਖੇ ਬਗੈਰ, ਤੁਹਾਡਾ ਕੇਸ ਪੜ੍ਹੇ ਬਗੈਰ, ਤੁਹਾਡੇ ਤੋਂ ਗੱਲ ਕੀਤੇ ਬਗੈਰ ਅਗਰ ਅਸੀਂ ਕੋਈ ਜਵਾਬ ਦੇ ਸਕਦੇ ਹਾਂ ਤਾਂ ਅਸੀਂ ਦੇ ਦਿੰਦੇ ਹਾਂ। ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੇਸ ਚੱਲ ਰਿਹਾ ਹੈ, ਤੁਹਾਡਾ ਸਵਾਲ ਕਿਸੇ ਕੇਸ ਤੋਂ ਰਿਲੇਟਡ ਹੈ ਤਾਂ ਇਸ ਦਾ ਮਤਲਬ ਹੈ ਕਿ ਜਿਹੜਾ ਵੀ ਵਕੀਲ ਤੁਹਾਡਾ ਕੇਸ ਵੇਖੇਗਾ ਉਹ ਵੇਖ ਕੇ ਹੀ ਤੁਹਾਨੂੰ ਐਡਵਾਈਸ ਕਰ ਸਕੇਗਾ, ਉਸ ਬਗੈਰ ਐਡਵਾਈਸ ਨਹੀਂ ਕਰ ਸਕੇਗਾ, ਕਿਉਂਕਿ ਪੇਪਰ ਦੇਖੇ ਬਗੈਰ ਕੋਈ ਬੰਦਾ ਵੀ ਐਡਵਾਈਸ ਨਹੀਂ ਕਰ ਸਕਦਾ ਹੈ। ਤੇ ਇਸੇ ਦੇ ਨਾਲ ਅਸੀਂ ਵੇਖਦੇ ਹਾਂ ਅੱਜ ਦੇ ਸਾਡੇ ਪਹਿਲੇ ਕਾਲਰ ਕੌਣ ਨੇ ਜੀ। ਹੈਲੋ ਮਲਕ ਸਾਹਿਬ। ਜੀ ਸਤਿ ਸ਼੍ਰੀ ਅਕਾਲ ਮਲਕ ਸਾਹਿਬ। ਮੈਂ ਕੁਐਸਚਨ ਪੁੱਛਣਾ ਚਾਹੁੰਦਾ ਕਿ ਮੇਰੇ ਇੱਥੇ ਕਜ਼ਨ ਨੇ ਮੈਰਿਜ ਕੀਤੀ ਸੀ ਪੋਲਿਸ਼ ਲੜਕੀ ਨਾਲ ਤੇ ਉਹਨਾਂ ਨੇ ਰਜਿਸਟਰ ਕਰਾ ਕੇਸ ਸਬਮਿਟ ਕਰ ਲਿਆ ਸੀ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੂੰ ਚੈੱਕ ਕਰਨ ਆਏ ਸੀ 1 ਜੁਲਾਈ ਨੂੰ। ਉਹਦੀ ਗਰਲਫ੍ਰੈਂਡ ਤਾਂ ਕੰਮ ਤੇ, ਵਾਈਫ ਤਾਂ ਕੰਮ ਤੇ ਗਈ, ਉਹ ਜੋ ਘਰ ਸੀਗਾ ਤੇ ਉਸ ਤੋਂ ਦੇਖ ਕੇ ਚਲੇ ਗਏ। ਉਸ ਤੋਂ ਬਾਅਦ ਆਫਟਰ 4-5 ਵੀਕ ਬਾਅਦ ਫਿਰ ਚੈੱਕ ਕਰਨ ਆਏ ਤੇ ਉਹ ਵੇਖ ਕੇ ਚਲੇ ਗਏ ਆ। ਹੁਣ ਲਾਸਟ 4 ਵੀਕਸ ਹੋ ਗਏ ਤੇ ਹਜੇ ਚੈੱਕ ਕਰਕੇ ਕੋਈ ਆਨਸਰ ਨਹੀਂ ਦਿੱਤਾ। ਦੂਜੀ ਵਾਰ ਜਦੋਂ ਆਏ ਤਦੋਂ ਵਾਈਫ ਘਰ ਸੀ ਕਿ ਤਦੋਂ ਵੀ ਕੰਮ ਤੇ ਸੀ? ਨਹੀਂ, ਉਦੋਂ ਵੀ ਕੰਮ ਤੇ ਸੀ, ਉਹਨਾਂ ਨੂੰ ਦੱਸਿਆ ਹੋਇਆ ਪਹਿਲਾਂ। ਉਹ ਕਿਸ ਟਾਈਮ ਆਏ ਘਰ? ਉਹ अर्ਲੀ ਮਾਰਨਿੰਗ ਆਏ ਆ 5:45। ਤਾਂ अर्ਲੀ ਮਾਰਨਿੰਗ ਕਿਹੜਾ ਕੰਮ ਹੋਣਾ ਜਿਸ ਤੇ ਲੋਕ ਜਾਣਦੇ ਨੇ? ਉਹ ਹੋਟਲ ਚ ਕਰ ਜਾਗੇ। ਚਲੋ ਠੀਕ ਹੈ। ਤਾਂ ਫਿਰ ਉਹਨੇ ਕੰਮ ਦਾ ਪਤਾ ਸਾਰਾ ਕੁਝ ਦੱਸਿਆ ਹੈ। ਉਹਨਾਂ ਨੂੰ ਇਹ ਵੀ ਦੱਸਿਆ ਸੀ ਵੀ ਉਹ ਇਸ ਟਾਈਮ ਇਸ ਬੱਸ ਸਟਾਪ ਤੇ ਖੜੀ ਜਾ ਕੇ ਤੁਸੀਂ ਪੁੱਛ ਸਕਦੇ ਆ। ਤਾਂ ਉਹਨੇ ਕੋਈ ਤਲਾਸ਼ੀ ਵਗੈਰਾ ਵੀ ਕੀਤੀ? ਕਰਨੀ ਕੋਈ? ਉਹਨਾਂ ਨੇ ਕੱਪੜੇ ਵਗੈਰਾ ਪੁੱਛੇ, ਸਾਰਾ ਕੁਝ ਬਈ ਦੇਖੇ, ਫੋਟੋਆਂ ਤੇ ਜਿਹੜੇ ਕੱਪੜੇ ਸੀ ਉਹ ਦੇਖ ਕੇ ਸਾਰਾ ਕੁਝ ਦੇਖ ਕੇ ਫਿਰ ਚਲੇ ਗਏ। ਤੇ ਉਹਨਾਂ ਨੂੰ ਪੁੱਛਿਆ ਵੀ ਕੰਮ ਕਿੱਥੇ ਕਰਦੇ ਹੋ? ਉਹਨੇ ਦੱਸਿਆ ਵੀ ਸੀ ਵੀ ਉਹ ਇਸ ਹੋਟਲ ਚ ਕੰਮ ਕਰਦੀ ਹੈ, ਇਸ ਟਾਈਮ ਇਸ ਬੱਸ ਸਟਾਪ ਤੇ ਖੜੀ ਆ, ਫੂਡ ਆ ਉਹਦੇ ਕੋਲੇ, ਪਰ ਉਹ ਚਲੇ ਗਏ ਫਿਰ ਪੁੱਛ ਕੇ। ਠੀਕ ਹੈ ਜੀ, ਤੁਹਾਡੀ ਕੱਲ ਦਾ ਸ਼ੁਕਰੀਆ। ਹੁਣ ਅਗਰ ਐਪਲੀਕੇਸ਼ਨ ਹੋ ਗਈ ਹੈ ਤਾਂ ਇਸ ਦਾ ਮਤਲਬ ਹੈ ਕਿ ਜਦੋਂ ਐਪਲੀਕੇਸ਼ਨ ਹੋਈ ਹੈ ਜਾਂ ਇਮੀਗ੍ਰੇਸ਼ਨ ਵਾਲੇ ਕੀ ਕੋਈ ਸ਼ੱਕ ਗੁਜ਼ਰਿਆ ਹੈ ਕਿ ਜੈਨੂਇਨ ਮੈਰਿਜ ਨਹੀਂ ਹੈ ਜਾਂ ਫਿਰ ਕਿਸੇ ਬੰਦੇ को कंप्लेंट कर ਦਿੱਤੀ है, अगर कोई कंप्लेंट हुआ है या खुद ही सस्पिशियस हो जान तो फिर वो इमिग्रेशन वाले चेक करने वास्ते आने कि मैरिज जेन्युइन है या असली है। तो बहरहाल अगर तो सैटिस्फाइड हो गए कि कपड़े शपड़े उत्थे पे से, कोई मेकअप का सामान सी, कोई फोटो शोटो से, फिर चांसेस हैं कि उन्होंने स्टे लगा के दे देंगे। तो तुसी जस्ट वेट करो। तो मेरा ख्याल है कि 2-4 वीक इस केस ना फैसला हो जाना चाहिए। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਮਲਿਕ ਸਾਹਿਬ, ਮੈਂ ਸੁਰਿੰਦਰ ਸਿੰਘ ਰੂਟ ਬਾਰੇ ਪਤਾ ਕਰਨਾ ਸੀਗਾ। ਤੁਸੀਂ ਥੋੜਾ ਜਿਹਾ ਗਾਈਡੈਂਸ ਦੋਗੇ ਜੇ ਪੇਰੈਂਟਸ ਨੂੰ? ਜੀ ਉਹ ਰੂਟ ਖਤਮ ਹੋ ਗਿਆ ਸੀ, ਉਸੇ ਜਗ੍ਹਾ ਨਏ ਰੂਲ ਬਣ ਗਏ। ਤੇ ਬਹਰਹਾਲ ਪੈਰੈਂਟਸ ਨੇ ਕਿ ਅਗਰ ਤੁਹਾਡੇ ਪੈਰੈਂਟਸ 65 ਤੋਂ ਜ਼ਿਆਦਾ ਨਹੀਂ ਹੋਣ ਤਾਂ ਫਿਰ ਅਗਰ ਉਹ UK ਆ ਜਾਣ, ਇੱਥੋਂ ਤੁਸੀਂ ਐਪਲੀਕੇਸ਼ਨ ਪਾਓ ਤਾਂ ਸਟੇ ਤੇ ਨਹੀਂ ਦੇਣਗੇ ਲੇਕਿਨ ਉਹਨੇ ਡਿਪੋਰਟ ਵੀ ਨਹੀਂ ਕਰ ਸਕਣਗੇ। ਤੇ ਉਹ ਜਿਹੜਾ ਰੂਟ ਸੀ ਉਹ ਇਹ ਹੈ ਕਿ ਅਗਰ ਤੁਸੀਂ ਕਿਸੇ ਯੂਰਪ ਕੰਟਰੀ ਜਾ ਕੇ ਰਹਿੰਦੇ ਹੋ ਤਾਂ ਪਰਮਾਨੈਂਟਲੀ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੇ ਪੈਰੈਂਟਸ ਉੱਥੇ ਆ ਕੇ ਤੁਹਾਨੂੰ ਐਜ਼ ਏ ਸੈਟਲਮੈਂਟ ਜੁਆਇਨ ਕਰਨੇ। ਫਿਰ ਅਗਰ ਤੁਸੀਂ ਕੁਝ ਅਰਸੇ ਬਾਅਦ UK ਮੂਵ ਹੋ ਜਾਣਾ ਚਾਹੋ ਫਿਰ ਉਸ ਤੇ ਸ਼ਰਤ ਹੈ ਕਿ ਤੁਹਾਡੇ ਪੈਰੈਂਟਸ ਉੱਥੋਂ ਇੱਥੇ ਆ ਸਕਣ, ਲੇਕਿਨ ਪਹਿਲੀ ਸ਼ਰਤ ਹੈ ਕਿ ਤੁਹਾਡੇ ਪੈਰੈਂਟਸ ਤੁਹਾਨੂੰ ਉਸ ਯੂਰਪੀਅਨ ਕੰਟਰੀ ਜੁਆਇਨ ਕਰਨ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। हेलो जी। हेलो जी। मेरा ये सवाल है कि हमने JR में बच्चों की बेस पे केस डाला था तो वो अब विड्रॉ की सिचुएशन में है, जो कि हमने कर दिया विड्रॉ। सर इन्होंने 3 मंथ्स मांगे हैं तो क्या 3 मंथ्स में आंसर कर देंगे? और हमारा केस ना जनवरी से स्टार्ट है हियरिंग में, ये JR में।
तो सर क्या काम की इजाजत मिल सकती है? जी कॉल का शुक्रिया। नहीं, इस स्टेज पे आपको काम की इजाजत नहीं देंगे, चूंकि जब ज्योतिषी रिव्यू चलता है तो उस वक्त काम की परमिशन होम ऑफिस नहीं देते हैं। तो बहरहाल अगर वो अब निगोशिएशन करके उन्होंने कहा कि 3 महीने में इसका डिसीजन करेंगे, तो इसका मतलब है 3 महीने में हाँ या ना में फैसला कर देंगे। अगर किसी वजह से उन्होंने ना कर दिया फिर इसको आपको अपील कराई दे देंगे। कॉल का शुक्रिया। व्यक्ति हैं साढ़े नेक्स्ट कॉलर कौन ने जी? हेलो जी। मलक साहब ने गल करनी है जी बिल्कुल गल करो जी। हाँ जी मलक साहब, मैं एक क्वेश्चन पूछना चाहना जी। मैं अपने अप्लाई किया सीगा जी अपनी डॉटर के बेस ते मेरे बायोमैट्रिक्स हो गए नीयरली 12 वीक्स हो गए, हजे तक कोई आंसर नहीं आया जी। ਉਹਦਾ कितना टाइम लगेगा जी? जदों ਤੁਹਾਡੇ ਬਾਇਓਮੈਟ੍ਰਿਕਸ ਹੋ ਜਾਣ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੇਸ ਹੈ ਕਿ ਕਿਸੇ ਕੇਸ ਵਰਕਰ ਕੋ ਜਾਣਾ ਹੈ, ਉਹ ਕੇਸ ਵਰਕਰ ਫਿਰ ਜਦੋਂ ਨੂੰ ਉਸਦੇ ਕੋਲ ਤੁਹਾਡਾ ਨੰਬਰ ਆਣਾ ਤਦੋਂ ਉਹ ਫੈਸਲਾ ਕਰਨਾ। ਲੇਕਿਨ ਆਮ ਤੌਰ ਪਰ ਜਦੋਂ ਤੁਸੀਂ ਐਪਲੀਕੇਸ਼ਨ ਪਾ ਦਿਓ ਤਾਂ 3 ਮਹੀਨੇ ਨੇ ਲਗਭਗ ਤੁਹਾਡਾ ਫੈਸਲਾ ਹੋ ਜਾਣਾ। 3 ਮਹੀਨੇ ਤੋਂ ਕੋਈ ਵੀਕ 2 ਵੀਕ ਉੱਪਰ ਜਾਂ ਨੀਚੇ ਹੋ ਸਕਣਾ। ਤੇ ਅਗਰ ਤੁਹਾਡੇ ਹੁਣ 12 ਵੀਕ ਹੋ ਗਏ ਤਾਂ ਇਸ ਦਾ ਮਤਲਬ ਹੈ ਐਨੀ ਟਾਈਮ ਤੁਸੀਂ ਐਕਸਪੈਕਟ ਕਰ ਰਹੇ ਹੋ ਡਿਸੀਜਨ ਆ ਜਾਏਗਾ। ਜਸਟ ਵੇਟ ਕਰੋ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। हेलो जी। अस्सलाम वालेकुम जी वालेकुम सलाम। मेरे पास डिस्कशन लीव थी 3 साल की, फिर 3 साल की बच्चों की बिहाफ पे मेरा हुआ था। बच्चों के पास ब्रिटिश पासपोर्ट है, तो मैंने अनडेफिनेट के लिए अप्लाई करना है। तो मेरे B1 और लाइफ इन यूके मेरे लिए जरूरी है, क्योंकि मैं कर नहीं सकती, मुझे इतनी इंग्लिश नहीं आती, तो मैं क्या करूँ? जी आपकी कॉल का शुक्रिया। असल में जो इंग्लिश टेस्ट है उससे तो आप एग्जाम्प्ट हो जाएंगी, लेकिन लाइफ इन यूके उन्होंने सबके लिए जरूरी कर रखा है कि वो ये कहते हैं कि जी जो आदमी भी इंडेफिनिट स्टे के लिए अप्लाई करे तो लाइफ इन यूके के उसके लिए वो पास करना जरूरी है, उसके बगैर फिर वो नहीं देंगे। अब एक्सटेंशन के लिए अगर अप्लाई करना चाहें तो वो कर सकती हैं। कॉल का शुक्रिया। देखते हैं सारे नेक्स्ट कॉलर कौन है जी। हेलो जी। हाँ जी मलिक साहब, मेरा एक्चुअली एक सवाल है। एक्चुअली 2 ही हैं छोटे छोटे। एक तो मेरा लेगेसी में केस रिफ्यूज हुआ, तो हमने उसको जुडिशल रिव्यू में चैलेंज किया था। ठीक है। तो उसके कुछ ही दिनों बाद उन्होंने बोला कि विड्रॉ करें, हम कंसेंट ऑर्डर साइन हुआ कि 3 महीने में रिकंसीडर करते हैं। तो अभी तकरीबन 6 मंथ हो गए हैं पूरे, 7वां ही खत्म हो रहा है, लेकिन उनका कोई जवाब नहीं आया। और मेरा सोलिसिटर बोल रहा है कि अभी वेट करो, 8-9 महीने ले लेते हैं अभी। तो क्या ये सही है कि 8-9 महीने ले लेते हैं? यदि नहीं तो कुछ भी है मुझे इसके बारे में बताओ। दूसरी बात ये मुझे पता चला है कि कुछ पार्लियामेंट की तरफ से कुछ जजेस को कोई इंस्ट्रक्शन मिली है कि गाइडलाइन दी गई है कि इसके हिसाब से कोई भी केस आप ले सकते हैं, जो उसका फैसला कर सकते हैं। कुछ गाइडलाइन दे दी है कि आप अपनी मर्जी से कोई फैसला नहीं दे सकते। तो उसके बारे में जरा आप बता दें कि कुछ है कुछ ऐसा प्लीज। जी आपकी कॉल का शुक्रिया। पहली बात यह कि जहां तक जुडिशल रिव्यू का ताल्लुक है कि अगर आप केस कोर्ट में ले जाते हैं तो आमतौर पर अगर वो कंसेंट ऑर्डर हो जाए कि 3 महीने के अंदर फैसला करें तो फिर 3 महीने के अंदर उनको फैसला करना पड़ता है। तो अगर किसी वजह से 3 महीने गुजर जाएं तो इसको आप दोबारा भी हाई कोर्ट में ले जा सकते हैं। तो ज्यादा बेहतर है हम के वकील को दोबारा चिट्ठी लिख दें, उनके जो वकील इंटररी सोलिसिटर्स उनको चिट्ठी लिख दें कि जी हमारे केस का फैसला 3 महीने होना था, अभी 6 महीने होगा, हम इसको दोबारा हाई कोर्ट में ले जाना चाहते हैं। तो फिर इसका मतलब है कि उस केस का जल्दी फैसला कर देगा। दूसरी बात, जो पार्लियामेंट है ये जजेस को नहीं कर सकती हैं, कोई डायरेक्शन नहीं दे सकती हैं। ये जजेस की अपनी मर्जी होती है कि केस का जो मर्जी फैसला करें। कॉल का शुक्रिया। देखते हैं साढ़े नेक्स्ट कॉलर कौन ने जी। हाँ जी सर, सत श्री अकाल जी। जी सत श्री अकाल सर जी, मेरी सवाल है कि मेरी स्टूडेंट की एप्लीकेशन की थी और उसमें उन्होंने वापस भेज दी थी, बोले तुम्हारी फी नहीं पे हुई। अच्छा। तो मैंने ये प्रूव करके भेज दी है कि मेरी फी टाइम पे हो गई थी और वही जो एप्लीकेशन वापस आई थी उसको रीसबमिट कर दिया साथ में प्रूफ लगा के। तो मैं पूछना चाहता हूँ कि इसका कोई लीगल इफेक्ट पड़ेगा या नहीं पड़ेगा जी? जी नहीं, इसका कोई फर्क नहीं पड़ेगा, चूंकि अगर किसी वजह से वो पेपर आपको वापस भी भेज देते हैं तब भी वो एक रूल उन्होंने बनाया है कि 28 दिन के अंदर अंदर आप दोबारा भी अप्लाई कर सकते हैं। तो अगर आपने फी पे की थी जिसका आपके पास प्रूफ था तो ये आपकी गलती नहीं है। अगर आपने पेपर भेज दिए तो ठीक है, आप इसमें कवर हैं। तो अब नेक्स्ट ये स्टेज होगा कि आपके बायोमेट्रिक्स हो जाएंगे, उसके बाद फिर आपके केस का फैसला करेंगे। कॉल का शुक्रिया। व्यक्ति हैं साढ़े अगले कॉलर कौन ने जी। हेलो, सानू की मलिक साहब का नंबर मिल सकता जी? तुसी गल कर लियो जी, तुसी गल कर लियो जी। नहीं पर्सनल नंबर मिल सकता? तुसी ये करो कि टीवी वेखदे हो तुहानू एड नजर आ जाओगी। कल का शुक्रिया। वेखते हैं साढ़े नेक्स्ट कॉलर कौन ने जी। हेलो जी। जी तुसी गल करो जी। हेलो मालिक जी। जी हाँ जी, सत श्री अकाल जी। जी सत श्री अकाल। हाँ जी, वो अभी बच्चे भी अप्लाई किया। ठीक है। हाँ जी, तो वो सब हो गया।
ਤੇ ਬਾਅਦ ਕੋਰਟ ਵਿੱਚ ਗਏ ਸੀ। ਅੱਛਾ। ਤੇ ਉਸ ਤੋਂ ਬਾਅਦ ਫਿਰ ਸਭ ਕਲੀਅਰ ਹੋ ਗਿਆ। ਠੀਕ। ਤੇ ਹਾਂਜੀ, ਤੇ ਉਸ ਤੋਂ ਬਾਅਦ ਉਹਨੇ ਪਾਸਪੋਰਟ ਮੰਗੇ ਸਾਡੇ 3 ਜਣਿਆਂ ਦੇ। ਠੀਕ ਹੈ। ਹਾਂਜੀ, ਤੇ ਉਹ ਕਹਿੰਦੇ ਵੀ ਹੁਣ ਉਹ ਲੈਟਰ ਆਇਆ ਜੀ, ਉਹ ਕਹਿੰਦੇ 3 ਜਣੇ ਪਾਸਪੋਰਟ ਭੇਜੋ ਤੇ ਬਾਅਦ ਚ ਤੁਹਾਡਾ ਡਿਸੀਜਨ ਅਸੀਂ ਕਰ ਦਿੰਦੇ ਹਾਂ। ਅੱਛਾ। ਤੇ ਹਾਂਜੀ, ਹੁਣ ਤੁਸੀਂ ਦੱਸੋ ਵੀ ਇਹਦਾ ਆਨਸਰ ਕੀ ਆਊਗਾ। ਤੇ ਕੋਰਟ 'ਚ ਤੁਹਾਡੇ ਹੱਕ 'ਚ ਫੈਸਲਾ ਹੋਇਆ ਹੈ? ਹਾਂਜੀ 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 ਜੀ ਹਾਂ। ਹੁਣ ਤੁਹਾਨੂੰ ਸਟੇ ਮਿਲ ਜਾਣੇ ਦੀ ਗਾਰੰਟੀ ਹੈ, ਕਿਉਂਕਿ ਪਹਿਲੀ ਗੱਲ ਹੈ ਕਿ ਅਗਰ ਕੋਈ ਬੰਦਾ ਇੱਥੇ 7 ਸਾਲ ਬੱਚੇ ਨਾਲ ਪੂਰੇ करे ਉਸਨੂੰ ਇੱਥੇ ਸਟੇ ਮਿਲ ਜਾਣਾ ਚਾਹੀਦਾ, ਕਿਉਂਕਿ रूल्स ये कहने लेकिन बाज़ होम ऑफिस वाले फैसला अदरवाइज कर देने। बहरहाल अगर ਤੁਹਾਡੇ हक चू फैसला है, ਹੁਣ ਤੁਸੀਂ ਪਾਸਪੋਰਟ ਭੇਜ ਦਿਓ, ਤੁਹਾਡਾ ਸਟੇ ਲੱਗ ਕੇ ਆ ਜਾਏਗਾ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਜੀ। ਹਾਂਜੀ ਜੀ ਹਾਂਜੀ, ਮੈਂ ਮਲਿਕ ਸਾਹਿਬ ਨਾਲ ਗੱਲ ਕਰਨੀ ਜੀ। ਬਿਲਕੁਲ ਗੱਲ ਕਰੋ ਜੀ। ਹਾਂਜੀ ਸਰ ਜੀ, ਮੈਂ ਦੱਸਣਾ ਕਿ ਮੈਂ 3 ਸਾਲਾਂ ਤੋਂ ਮੇਰਾ ਕੇਸ ਅਸਾਈਲਮ ਲਗਾਇਆ ਹੋਇਆ ਸੀ, ਜਿਹੜਾ ਕਿ ਹੁਣ ਆ ਕੇ ਰਿਫਿਊਜ਼ ਹੋ ਗਿਆ ਉਹ। ਅੱਛਾ। ਤੇ ਮੇਰੇ ਇੱਥੇ ਬੱਚਾ ਵੀ 5.5 ਸਾਲ ਦਾ ਇੱਥੇ ਬੋਰਨ ਹੋਇਆ। ਠੀਕ ਹੈ। ਤੇ ਹੁਣ ਮੈਂ ਦੁਬਾਰਾ ਫਰੈਸ਼ ਕਲੇਮ ਕਰਨਾ ਚਾਹੁੰਦਾ ਵਾਂ, ਤੇ ਉਹ 1 ਅਗਸਤ ਨੂੰ ਮੈਨੂੰ ਦਿੱਤਾ ਉਹਨਾਂ ਨੇ ਵਾਪਸ ਰਿਫਿਊਜ਼ ਕਰਕੇ, ਤੇ ਰਾਈਟ ਆਫ ਅਪੀਲ ਇੱਥੇ ਹੈ ਨਹੀਂਗਾ। ਠੀਕ ਹੈ। ਤੇ ਦੱਸੋ ਜੀ ਮੈਂ ਕੀ ਕਰਾਂ, ਕਿਵੇਂ ਕਰਾਂ? ਜੀ ਤੁਸੀਂ ਇਹ ਕਰੋ ਕਿ ਇਸ ਨੂੰ ਅੱਗੇ ਹਾਈ ਕੋਰਟ ਵਿੱਚ ਲਿਆ ਜਾ, ਕਿਉਂਕਿ ਅਗਰ ਨਿਊ ਕੇਸ ਅਪਲਾਈ ਕਰੋਗੇ ਉਹ ਤੁਹਾਡੇ ਕੋਲੋਂ ਫੀ ਦੁਬਾਰਾ ਲੈਣਗੇ ਤੇ 4 ਵੀਕ 5 ਵੀਕ ਤੁਹਾਡਾ ਫੈਸਲਾ ਖਿਲਾਫ ਕਰ ਦੇਣਗੇ। ਤੇ ਚूंकि ਤੁਸੀਂ 5.5 ਸਾਲ ਹੋਏ ਤੇ ਇਸ ਤੇ ਕੋਈ ਗਾਰੰਟੀ ਨਹੀਂ ਕਿ ਤੁਹਾਨੂੰ ਸਟੇ ਲੱਭੇਗਾ, ਤੇ ਜ਼ਿਆਦਾ ਬਿਹਤਰ ਹੈ ਕਿ ਇਸ ਨੂੰ ਅੱਗੇ ਹਾਈ ਕੋਰਟ ਲੈ ਜਾਓ। ਹਾਈ ਕੋਰਟ ਚੋਂ 8-9 ਮਹੀਨੇ ਤੋਂ ਸਾਲ ਲੱਗ ਜਾਣਾ ਹੈ, ਤੇ ਇਸ ਦੌਰਾਨ ਅਗਰ ਤੁਹਾਡੇ ਜਦੋਂ ਤੱਕ ਹਾਈ ਕੋਰਟ ਵਿੱਚ ਅੱਗੇ ਤੁਹਾਡਾ ਕੇਸ ਚੱਲਣਾ, ਤੁਸੀਂ 7 ਸਾਲ ਪੂਰੇ ਕਰ ਲੈਤੇ ਨੇ, ਫਿਰ ਤੁਹਾਨੂੰ ਇਥੋਂ ਸਟੇ ਮਿਲ ਜਾਊਗਾ। ਤੇ ਜ਼ਿਆਦਾ ਬਿਹਤਰ ਹੈ ਕਿਸੇ ਚੰਗੇ ਵਕੀਲ ਨੂੰ ਮਿਲ ਕੇ ਇਸ ਨੂੰ ਅੱਗੇ ਜੁਡੀਸ਼ੀ ਰਿਵਿਊ ਤੇ ਹਾਈ ਕੋਰਟ ਤੇ ਲੈ ਜਾਓ। ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਹੈਲੋ ਜੀ। ਹੈਲੋ ਜੀ, ਗੱਲ ਕਰੋ ਜੀ। ਜੀ ਮੈਂ ਮਲਿਕ ਜੀ ਨਾਲ ਗੱਲ ਕਰਨੀ ਸੀ ਜੀ। ਬਿਲਕੁਲ ਗੱਲ ਕਰੋ ਜੀ। ਤੁਹਾਨੂੰ ਪੁੱਛਣਾ ਸੀ ਕਿ ਤੁਹਾਨੂੰ ਹੈਲੋ ਜੀ ਜੀ ਤੁਸੀਂ ਗੱਲ ਕਰੋ ਜੀ। ਤੁਹਾਨੂੰ ਹਾਸਾ ਨਹੀਂ ਆਉਂਦਾ ਜਿਹੜੇ ਲੋਕੀ ਆਪਣੀਆਂ ਕੰਟਰੀਆਂ 'ਚ ਬੱਚੇ ਨਹੀਂ ਪੈਦਾ ਕਰਦੇ, ਜ਼ਰੂਰੀ ਹੈ ਕਿ ਇੰਗਲੈਂਡ ਵਿੱਚ ਹੀ ਆ ਕੇ ਬੱਚਾ ਪੈਦਾ ਕਰਨਾ? ਚਲੋ ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਅਸਲੀ 'ਚ ਮੈਟਰ ਆਫ ਡਿਸਕਸ਼ਨ ਹੈ, ਤੇ ਇਸ ਪ੍ਰੋਗਰਾਮ ਅਕਾਲ ਚੈਨਲ ਤੇ ਕਈ ਡਿਸਕਸ਼ਨ ਪ੍ਰੋਗਰਾਮ ਵੀ ਹੋਣੇ ਨੇ, ਤੇ ਉਹ ਤੁਸੀਂ ਡਿਸਕਸ਼ਨ ਵਿੱਚ ਹਿੱਸਾ ਲੈ ਸਕਦੇ ਹੋ, ਕਿਉਂਕਿ ਆਪਣੀ ਆਪਣੀ ਰਾਏ ਹੋਣੀ। ਤੁਸੀਂ ਕੁਝ ਹੋਰ ਕਹਿੰਦੇ ਹੋ, ਕਿਸੇ ਬੰਦੇ ਨਾਲ ਕੋਈ ਹੋਰ ਰਿਵਿਊ ਹੋਏਗਾ। ਇਹ ਬਾਰੇ ਡਿਸਕਸ਼ਨ ਦਾ ਮਸਲਾ ਹੈ। ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਸਿਰਫ ਲੀਗਲ ਐਡਵਾਈਸ ਇੱਥੇ ਬੈਠਾ, ਤਾਂ ਅਗਰ ਤੁਹਾਨੂੰ ਜਾਂ ਕਿਸੇ ਹੋਰ ਨੂੰ ਕੋਈ ਲੀਗਲ ਪ੍ਰੋਬਲਮ ਹੈ ਇਮੀਗ੍ਰੇਸ਼ਨ ਤੇ ਰਿਲੇਟਡ, ਤਾਂ ਤੁਸੀਂ ਫੋਨ ਕਰਕੇ ਪਤਾ ਕਰ ਸਕਦੇ ਹੋ, ਤੇ ਤੁਸੀਂ ਵੈਲਕਮ ਹੋ ਕਿਸੇ ਵੀ ਡਿਸਕਸ਼ਨ ਪ੍ਰੋਗਰਾਮ ਵਿੱਚ ਫੋਨ ਕਰਕੇ ਆਪਣਾ ਵਿਊ ਦੇ ਸਕਦੇ ਹੋ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। हेलो जी। जी जी भाईजान। जी क्या पता करना है जी? मैंने वो वीजे का पता करना था भाईजान। जी क्या पता करना था? अभी मैं उन्हीं को बताऊं या आपको बताऊं? जी बिल्कुल आप बताएं, आपका क्या मसला है? मसला मैंने पता करना था कि मुझे मेरी शादी की हुई है, यूरोपियन यूनियन मेरी वाइफ है जो है ना। ठीक है। तो वो मैंने पता करना था कि वो उसको 5 साल होने वाले हैं, अभी 6 साल होने वाले हैं, तो वो अभी ब्रिटिश सिटीजनशिप के लिए अप्लाई करने वाली है वो ना। ठीक है। तो मैंने ये पता करना कि मेरे पास अभी EA2 है जो है ना, वो जो मिलता है आप जब शादी करते हैं। तो कितना अर्सा हो गया आपके पास? तो मेरा ये है कि मुझे 5 साल हो जाएंगे अगले साल ना, तो मुझे ये पता करना है कि मुझे EEA4 अप्लाई करना पड़ेगा या चूंकि मेरी वाइफ जो है वो ब्रिटिश सिटीजन हो जाएगी या फिर मुझे नहीं करना पड़ेगा? जी आपकी कॉल का शुक्रिया। ज्यादा बेहतर है कि आपकी वाइफ अभी ब्रिटिश नेशनल ना बने जब तक आपको इंडेफिनिट स्टे ना मिले। तो अगर आपकी वाइफ ने पिछले 5 साल में यूके में काम किया फुल टाइम और उसकी आपके पास एविडेंस है, फिर 5 साल पूरे करने के बाद आप इंडेफिनिट स्टे के लिए अप्लाई कर सकते हैं। तो इस दौरान अगर आपकी वाइफ ब्रिटिश बन जाती है तो फिर आपका स्टेटस चेंज हो जाएगा, तो आप वो जो 5 साल के रूट से हट के ब्रिटिश नेशनल में चले जाएंगे, जो कि काफी लंबा रूट है। कॉल का शुक्रिया। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹਾਂਜੀ ਸਰ, ਮੈਂ ਇਹ ਪੁੱਛਣਾ ਸੀ ਅਸਾਈਲਮ ਕੇਸ ਰਿਫਿਊਜ਼ ਹੋ ਜਾਏ ਫੈਮਿਲੀ ਵਾਸਤੇ, ਤੇ ਉਹਦੇ ਵਾਸਤੇ ਫਰੈਸ਼ ਕਲੇਮ ਕਰਨ ਵਾਸਤੇ ਕਿੰਨੇ ਦਿਨ ਹੋਰ ਆਪਣੇ ਟਾਈਮ ਸਾਡੇ ਕੋਲ ਹੁੰਦਾ? 1 ਮਹੀਨਾ 2 ਮਹੀਨੇ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਇਸ ਵਿੱਚ ਫਰੈਸ਼ ਕਲੇਮ ਕੋਈ ਨਹੀਂ ਹੋਣਾ ਕਿ ਜਦੋਂ ਤੁਸੀਂ ਕੇਸ ਅਪਲਾਈ ਕਰਦੇ ਹੋ ਤਦੋਂ ਅਗਰ ਡਿਸੀਜਨ ਮਿਲ ਜਾਏ, ਅਗਰ ਤੁਹਾਡੇ ਕੇਸ ਦੀ ਕੋਈ ਥੋੜੀ ਬਹੁਤ ਜਾਨ ਹੈ ਉਹ ਤੁਹਾਨੂੰ ਅਪੀਲ ਨਾਲ ਰਾਈਟ ਦੇਣ, ਅਗਰ ਟੋਟਲ ਕੇਸ ਬੋਗਸ ਉਹ ਸਮਝਣ ਤਾਂ ਫਿਰ ਤੁਹਾਨੂੰ ਕੋਈ ਅਪੀਲ ਨਾਲ ਰਾਈਟ ਨਹੀਂ ਦੇਣੀ। ਫਰੈਸ਼ ਕੋਈ ਤੁਸੀਂ ਅਪਲਾਈ ਨਹੀਂ ਕਰ ਸਕਦੇ ਹੋ। ਇਹ ਵੈਸੇ ਹੀ ਹੈ ਕਿ ਜੇ ਕੋਈ ਫਰੈਸ਼ ਐਪਲੀਕੇਸ਼ਨ ਕੀਤੀ ਹੈ, ਜਦੋਂ ਇਸ ਕਿਸਮ ਦੀ ਕੋਈ ਐਪਲੀਕੇਸ਼ਨ ਪਾਉਂਦੇ ਹੋ ਤਾਂ ਬਾਜ਼ ਔਕਾਤ ਹੋਣਾ ਹੈ ਕਿ ਦੂਏ ਚੌਥੇ ਦਿਨ ਇਮੀਗ੍ਰੇਸ਼ਨ ਵਾਲੇ ਤੁਹਾਡੇ ਘਰ ਤੇ ਆ ਜਾਣ ਕਿ ਜੀ ਤੁਹਾਡੀ ਐਪਲੀਕੇਸ਼ਨ ਜਿਹੜੀ ਤੁਸੀਂ ਨਹੀਂ ਕੀਤੀ ਸੀ ਅਸੀਂ ਰਿਫਿਊਜ਼ ਕੀਤੀ, ਤੁਹਾਨੂੰ ਅਪੀਲ ਨਾਲ ਨਹੀਂ ਰਜ਼ਾ ਵਾਪਸ ਚਲੇ ਜਾਓ। ਤਾਂ ਜ਼ਿਆਦਾ ਬਿਹਤਰ ਹੈ ਕਿ ਅਗਰ ਤੁਹਾਡਾ ਜਾਂ ਕਿਸੇ ਬੰਦੇ ਨਾਲ ਅਸਾਈਲਮ ਕੇਸ ਰਿਫਿਊਜ਼ ਹੋ ਜਾਏ ਤਾਂ ਇਮੀਡੀਏਟਲੀ ਉਸ ਨੂੰ ਅੱਗੇ ਕੋਰਟ ਹੀ ਲੈ ਜਾਇਆ ਕਰੋ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ।
ਜੀ ਮਲਿਕ ਸਾਹਿਬ ਜੀ ਹਾਂਜੀ ਮੈਂ ਪੁੱਛਣਾ ਸੀ ਮੈਂ ਇੱਥੇ ਆਏ ਸੀ ਮੈਂ ਮੇਰੇ ਹਸਬੰਡ ਤੇ ਬੇਟਾ ਸੀ ਮੇਰਾ ਛੋਟਾ 6 ਮੰਥ ਦਾ ਸੀਗਾ ਅੱਛਾ ਤੇ ਹੁਣ ਸਾਨੂੰ ਇੱਥੇ ਹੁਣ ਉਹ ਹੈਗਾ 12 ਸਾਲ ਦਾ ਤੇ 2 ਬੇਬੀ ਮੇਰੇ ਇੱਥੇ ਹੋਏ ਸੀ ਉਹ ਹੈਗੇ ਇੱਕ 7.5 ਸਾਲ ਦਾ ਇੱਕ 5.5 ਸਾਲ ਦੀ ਤੇ ਅਸੀਂ ਉਹ 7 ਈਅਰ ਵਾਲੀ ਪਾਲਿਸੀ ਦੇ ਵਿੱਚ ਪਾਇਆ ਸੀਗਾ ਫਿਰ ਉੱਥੇ ਪਹਿਲੇ ਤੇ ਰਿਫਿਊਜ਼ ਹੋ ਗਿਆ ਫਿਰ ਜੁਡੀਸ਼ੀਅਲ ਰਿਵਿਊ ਚ ਪਾਇਆ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਕੇਸ ਵਾਪਸ ਲਓ ਤਾਂ 3 ਮੰਥ ਤੁਹਾਨੂੰ ਡਿਸੀਜਨ ਦਿੰਦੇ ਆ ਤੇ ਲਾਸਟ ਜਨਵਰੀ ਚ ਅਸੀਂ ਕੀਤਾ ਵਾਪਸ ਲਿੱਤਾ ਤੇ ਉਦੋਂ ਕੁਝ ਨਹੀਂ ਆਇਆ ਉਸ ਤੋਂ ਬਾਅਦ ਜੀ ਤੇ ਹੁਣ ਉਹ ਫਿਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਰਾਈਟ ਆਫ ਅਪੀਲ ਦਿੱਤੀ ਜਾਊਗੀ ਫਿਰ ਉਹਦੇ ਹਫ਼ਤੇ ਤੋਂ ਬਾਅਦ ਲੈਟਰ ਆ ਗਿਆ ਕਿ ਨਹੀਂ ਤੁਹਾਡਾ ਰੀਕਨਸੀਡਰ ਕੀਤਾ ਜਾਂਦਾ ਤੇ ਹੁਣ ਫਾਈਨਲੀ ਇਹ ਕੀਤਾ ਕਿ ਉਹਨਾਂ ਨੇ ਨਾ ਸਾਡੇ ਬਾਇਓਮੈਟ੍ਰਿਕਸ ਕੀਤੇ ਪਰ ਪੇ ਨਹੀਂ ਅਸੀਂ ਕੀਤਾ ਕਿ ਔਰ ਮਤਲਬ ਕਿ ਉਹ ਕਿਉਂ ਕੀਤੇ ਤੇ ਕਿੰਨਾ ਕੁ ਚਾਂਸਸ ਹੈਗੇ ਆ ਜਾਂ ਕਿੱਦਾਂ ਹੋਏਗਾ ਅੱਗੇ ਡਿਸੀਜਨ ਪਲੀਜ਼ ਇਹ ਦੱਸ ਦਿਓ ਜੀ ਤੁਹਾਡੀ ਗੱਲ ਦਾ ਸ਼ੁਕਰੀਆ ਅਗਰ ਤੁਹਾਨੂੰ ਬਾਇਓਮੈਟ੍ਰਿਕਸ ਵਾਸਤੇ ਕਿਹਾ ਸੀ ਉੱਥੇ ਬਾਇਓਮੈਟ੍ਰਿਕਸ ਕਰਵਾਉਣੇ ਚਾਹੀਦੇ ਸੀ ਕਿਉਂਕਿ ਇੱਕ ਚੰਗਾ ਸਾਈਨ ਹੈ ਦੂਸਰੀ ਗੱਲ ਹਰ ਆਦਮੀ ਨੇ ਬਾਇਓਮੈਟ੍ਰਿਕਸ ਲੈਣੇ ਹੁਣ ਮੈਂ ਪਤਾ ਨਹੀਂ ਕਿ ਤੁਹਾਡਾ ਕੇਸ ਕਿੱਥੇ ਤੱਕ ਪਹੁੰਚਿਆ ਅਗਰ ਤੱਕ ਕੇਸ ਹਿਮਾਚਲ ਨੇ ਕਿਹਾ ਸੀ ਕਿ ਅਸੀਂ 3 ਮਹੀਨੇ ਚ ਅਪਲਾਈ ਫੈਸਲਾ ਕਰਾਂਗੇ ਫਿਰ ਤੁਹਾਨੂੰ ਅਪੀਲ ਨਾਲ ਰਾਏ ਦਿੱਤਾ ਅਗਰ ਅਪੀਲ ਨਾਲ ਰਾਏ ਦਿੱਤਾ ਫਿਰ ਅਪੀਲ ਕਰਨੀ ਚਾਹੀਦੀ ਸੀ ਤੇ ਤੁਸੀਂ 2-4 ਗੱਲਾਂ ਦੱਸੀਆਂ ਜਿਹੜੀਆਂ ਇੱਕ ਦੂਸਰੇ ਨੇ ਸਮਝੋ ਕਿ ਖਿਲਾਫ ਨੇ ਤੇ ਤੁਸੀਂ ਇਹ ਕਰੋ ਸਾਰੇ ਪੇਪਰ ਲੈ ਕੇ ਆਪਣੇ ਵਕੀਲ ਨੂੰ ਜਾਂ ਕਿਸੇ ਵਕੀਲ ਨੇ ਦੱਸਦੇ ਉਹਨੇ ਤੂੰ ਸਲਾਹ ਲੈ ਲਿਓ ਕੱਲ ਦਾ ਸ਼ੁਕਰੀਆ ਵੇਖਦੇ ਹਾਂ अगले कॉलर कौन है जी हेलो अस्सलाम वालेकुम जी वालेकुम सलाम सर मैंने ये पता करना था कि मैं मेरा केस इस तरह से कि मैंने शादी की मेरी वाइफ जो है ना वो यूरोपियन यूनियन की है सिटीजन ना तो मेरे पास अभी EA2 है 5 साल के लिए तो मेरी वाइफ इसी साल जो है ना वो ब्रिटिश सिटीजन भी बन जाएगी उन्हें पासपोर्ट मिल जाएगा तो मुझे अगले साल 5 साल हो जाएंगे तो मैंने ये पता करना है कि मुझे क्या फिर भी जी आपकी कॉल का शुक्रिया जी आपकी कॉल का शुक्रिया आपने पहले भी फोन किया था तो आपको मैंने एडवाइस कर दी थी तो आप ये करें कि आप ये आपकी वाइफ ब्रिटिश पासपोर्ट या ब्रिटिश नेशनलिटी अप्लाई ना करें तो ज्यादा बेहतर रहेगा क्योंकि जो उसने ब्रिटिश नेशनलिटी अप्लाई की तो आपके जो सिचुएशन है वो चेंज हो जाएगी तो फिर डिपेंडेंट ऑफ EU के बजाय आपको ब्रिटिश जो डिपेंडेंट है उसके लिए अप्लाई करना पड़ेगा इसका मतलब आप एक लंबे रूट के ऊपर चले जाएंगे तो अगर आपकी वाइफ ने पिछले 5 साल से यहाँ काम किया है और 5 P60 मौजूद है तो आप इंडेफिनिट स्टे के लिए अप्लाई कर सकते हैं 5 साल पूरे होने पर कॉल का शुक्रिया वेखते हैं साढ़े अगले कॉलर कौन है जी सत श्री अकाल भाई जी सत श्री अकाल भाई मेरी अपील लगी है फर्स्ट अपील जून की लगी है हाले तक कोई जवाब नहीं आया ठीक है ते जिदा नाल मेरा केस लगा फैमिली लॉ वाला भी ठीक है केयरिंग दा बच्चों दे ठीक है जी अगर जून विच केस तुहानू अपील लाई है तो इसका मतलब है हुण एनी टाइम तुहानू हेयरिंग डेट आ जाऊगी लेकिन उत्थे बड़ा लंबा क्यू है जिहड़ी अजकल हेयरिंग डेट्स लभ रही हैं वो सानू मार्च 2015 या लभ रही हैं इसका मतलब है तकरीबन 7-8 महीने बाद दी डेट्स लभ रही हैं तो तुसीं वेट करो कुछ ही दिनों तक तुहानू डेट मिल जाऊगी अगर तुसीं £140 पर हैड ने हिसाब से फी पे की है अगर फी पे करोगे फिर हेयरिंग डेट मिलनी अगर फी नहीं पे करो तो फिर कोई एक जज वैसे ही पेपर देख के तारा फैसला कर देगा तो अगर फीडबैक की है तो फिर तुसी वेट करो तारी डेट एनी टाइम आ जानी चाहिए कॉल का शुक्रिया वेखते हैं अगले कॉलर कौन ने जी सॉरी सवाल है कि मेरी ब्रिटिश नेशनल ਨਾਲ शादी हुई सी ਤੇ ਫਿਰ ਮੇਰਾ ਡੋਮੈਸਟਿਕ ਵਾਇਲੈਂਸ ਹੋਇਆ ਠੀਕ ਹੈ ਮੇਰੀ ਇੱਕ ਬੱਚੀ ਵੀ ਹੈ ਤੇ ਬੱਚੀ ਦੀ ਬੇਸ ਤੇ ਮੇਰਾ ਵੀਜ਼ਾ ਲੱਗਾ ਵੀਜ਼ਾ ਚੇਂਜ ਕਰ ਸਕਦੀ ਹਾਂ ਡੋਮੈਸਟਿਕ ਵਾਇਲੈਂਸ ਤੇ ਨਾਲੇ ਦੂਸਰੀ ਗੱਲ ਹੈ ਕਿ ਮੈਂ ਮੇਰੇ ਕੋਲ ਇੰਡੈਫੀਨਿਟ ਨਹੀਂ ਹੈ ਕਿ ਮੈਂ ਪਾਕਿਸਤਾਨ ਸ਼ਾਦੀ ਕਰਕੇ ਉਹਨੇ ਇੱਥੇ ਲਿਆ ਸਕਦੀ ਹਾਂ ਪਲੀਜ਼ ਮੈਨੂੰ ਜਵਾਬ ਦਿਓ ਪਲੀਜ਼ ਥੈਂਕ ਯੂ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਨਹੀਂ ਜੀ ਤੁਹਾਨੂੰ ਬੱਚੀ ਦੀ ਬੇਸ ਤੇ ਸਟੇ ਮਿਲਿਆ ਤਾਂ ਹੁਣ ਡੋਮੈਸਟਿਕ ਵਾਇਲੈਂਸ ਨਹੀਂ ਕਰ ਸਕਦੇ ਹੋ ਪਹਿਲੇ ਕਰ ਸਕਦੇ ਸੀ ਕਿ ਜਦੋਂ ਤੁਹਾਨੂੰ ਐਪਲੀਕੇਸ਼ਨ ਕੀਤੀ ਸੀ ਬੱਚੀ ਦੀ ਬੇਸ ਤੋਂ ਪਹਿਲੇ ਜਦੋਂ ਡੋਮੈਸਟਿਕ ਵਾਇਲੈਂਸ ਹੈ ਤਦੋਂ ਅਗਰ ਐਪਲੀਕੇਸ਼ਨ ਕਰਦੇ ਹੋ ਦੂਸਰੀ ਗੱਲ ਹੈ ਕਿ ਡੋਮੈਸਟਿਕ ਵਾਇਲੈਂਸ ਦਾ ਬੜਾ ਸੋਲਿਡ ਪ੍ਰੂਫ ਹੋਣਾ ਚਾਹੀਦਾ ਹੁਣ ਤੁਸੀਂ ਐਪਲੀਕੇਸ਼ਨ ਨਹੀਂ ਕਰ ਸਕਦੇ ਹੋ ਸੈਕੰਡ ਚੀਜ਼ ਉਹ ਲੋਕੀ ਜਿਹੜੇ ਕਿ इंडेफिनिट स्टे जिन्हें कोल नहीं है या ब्रिटिश नेशनलिटी नहीं है वो अपने स्पाउस की पाकिस्तान तो नहीं बुला सकते ने दूसरा अगर कोई ब्रिटिश नेशनल भी अगर बुलाना चाहे तो उस वास्ते 18,600 नहीं शर्त है ताड़ी कॉल का शुक्रिया वेखते हैं अगले कॉलर कौन ने जी हेलो हाँ जी सर एक एडवाइस चाहिए मेरे 10 साल हो जाने कंट्री जी अपने जनवरी 2015 विच पर 2009 विच मेरा वीजा रिफ्यूज हो गया सी पर फिर अपील करके ਵੀਜ਼ਾ ਲੱਗ ਗਿਆ ਸੀਗਾ ਤਾਂ ਪੁੱਛਣਾ ਸੀਗਾ ਕਿ ਇਹ ਬ੍ਰੇਕ ਕਾਊਂਟ ਹੋਗੀ ਕਿ ਤੁਹਾਡੀ ਅਪੀਲ ਅਲਾਉ ਹੋ ਗਈ ਸੀ ਹਾਂਜੀ ਪਹਿਲਾਂ ਮੈਨੂੰ ਰਾਈਟ ਟੂ ਅਪੀਲ ਮਿਲੀ ਨਹੀਂ ਸੀ ਫਿਰ 3-4 ਮਹੀਨੇ ਬਾਅਦ ਰਾਈਟ ਟੂ ਅਪੀਲ ਲਈ ਸੀ ਫਿਰ ਮਤਲਬ 1 ਸਾਲ ਵੀਜ਼ਾ ਲੱਗ ਗਿਆ ਸੀ ਤਾਂ ਤੁਸੀਂ ਫਿਰ ਕੋਰਟ 'ਚ ਗਏ ਸੀ ਹੋ
ਹਾਂਜੀ ਕੋਰਟ ਕਿਹਾ ਸੀ ਮੈਂ ਤੇ ਤੁਹਾਡੇ ਹੱਕ 'ਚ ਫੈਸਲਾ ਹੋਇਆ ਸੀ। ਹਾਂਜੀ ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਹਾਂ, ਅਗਰ ਤੁਸੀਂ ਕੋਰਟ 'ਚ ਗਏ ਹੋ ਤੇ ਤੁਹਾਨੂੰ ਕੋਰਟ ਤੋਂ ਸਟੇ ਲੱਭ ਗਿਆ, ਇਸ ਦਾ ਮਤਲਬ ਹੈ ਜਿਹੜਾ ਪਿਛਲਾ ਵੀਜ਼ਾ ਜਦੋਂ ਨਹੀਂ ਲੱਗਿਆ ਸੀ ਤੇ ਜਦੋਂ ਕੋਰਟ ਨੇ ਡਿਸੀਜਨ ਆਇਆ ਇਹ ਸਾਡਾ ਜਿਹੜਾ ਤੁਹਾਡਾ ਸਟੇ ਸੀ ਉਹ ਰੈਗੂਲਾਈਜ਼ ਹੋ ਗਿਆ ਹੈ। ਤੇ ਇਸ ਦਾ ਮਤਲਬ ਹੈ ਕਿ ਅਗਰ ਤੁਹਾਨੂੰ 10 ਸਾਲ ਜਨਵਰੀ ਦੇ ਵਿੱਚ ਪੂਰੇ ਹੁੰਦੇ ਨੇ ਤੇ ਤੁਸੀਂ ਦਸੰਬਰ ਦੇ ਵਿੱਚ ਕੇਸ ਪਾ ਸਕਦੇ ਹੋ, 1 ਮਹੀਨਾ ਪਹਿਲੇ ਐਪਲੀਕੇਸ਼ਨ ਪਾ ਸਕਦੇ ਹੋ ਤੇ ਤੁਹਾਨੂੰ ਲਾਈਫ ਇਨ ਯੂਕੇ ਟੈਸਟ ਪਾਸ ਕਰਨਾ ਪਏਗਾ। ਇਹ ਜਿਹੜਾ ਤੁਹਾਡਾ ਸਟੇ ਹੈ ਉਹ ਲੀਗਲ ਕੰਸੀਡਰ ਕੀਤਾ ਜਾਏਗਾ। ਕਾਲ ਦਾ ਸ਼ੁਕਰੀਆ। ਵੇਖਦੇ ਅਗਲੇ ਕਾਲਰ ਕੌਣ ਨੇ ਜੀ। ਹੈਲੋ ਜੀ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਮੈਂ ਨਾ FLR ਦਾ ਚੜਾਇਆ ਸੀ ਨਾ ਕੇਸ 2 ਸਾਲ ਹੋ गए वे। अच्छा होम ऑफिस ने रिफ्यूज कर दिया था, फिर वकील मेरे ने होम ऑफिस में कोर्ट में ले गया थी। ठीक है ठीक है। तो होम ऑफिस ने अभी मेरी वाइफ से पासपोर्ट मांगा, डॉक्यूमेंट मांगे, हमने सब कुछ भेज दिया थी। ठीक। अभी अपना जवाब फिर मुझे यहाँ पर रहने के लिए दे देंगे क्या रिफ्यूज कर देंगे? पहले एक दफा रिफ्यूज कर दिया। ठीक है जी, ਤੁਹਾਡੀ ਕੱਲ ਦਾ ਸ਼ੁਕਰੀਆ। ਤੁਹਾਡਾ ਕੇਸ ਰਿਫਿਊਜ਼ ਹੋ ਗਿਆ ਸੀ, ਤੁਸੀਂ ਕੋਰਟ ਦੇ ਵਿੱਚ ਚਲੇ ਗਏ। ਮੈਨੂੰ ਲੱਗਣਾ ਤੁਸੀਂ ਹਾਈ ਕੋਰਟ 'ਚ ਗਏ ਹੋ। ਜਦੋਂ ਤੁਸੀਂ ਹਾਈ ਕੋਰਟ 'ਚ ਗਏ ਹੋ ਤਦੋਂ ਹੋਮ ਅਫਸਰ ਨੇ ਦੁਬਾਰਾ ਪੇਪਰ ਮੰਗ ਲਿੱਤੇ ਤੇ ਇਹ ਚੰਗਾ ਸਾਈਨ ਹੈ। ਇਸ ਦਾ ਮਤਲਬ ਹੈ ਕਿ ਹੋਮ ਅਫਸਰ ਨੇ ਤੁਹਾਡੇ ਕੇਸ ਨੂੰ ਕੋਈ ਫੈਸਲਾ ਕਰਨਾ ਚਾਹੁੰਦੇ ਨੇ ਤੇ ਉਹ ਪੋਜ਼ਿਟਿਵ ਕਰਨਾ ਚਾਹੁੰਦੇ ਨੇ। ਅਗਰ ਉਹਨੇ ਨਾ ਕਰਨਾ ਹੋਣਾ ਫਿਰ ਉਹ ਕੇਸ ਅੱਗੇ ਲੜਨ, ਤੁਹਾਡੇ ਕੋਲੋਂ ਪਾਸਪੋਰਟ ਨਹੀਂ ਸੀ ਮੰਗਣੇ ਤੇ ਬਹਰਹਾਲ ਪਾਸਪੋਰਟ ਮੰਗਣਾ ਹੈ ਜਿਹੜਾ ਜਾਂ ਬਾਇਓਮੈਟ੍ਰਿਕਸ ਇਹ ਪਲੱਸ ਪੁਆਇੰਟ ਹੈ। ਤੁਸੀਂ ਵੇਟ ਕਰੋ, ਮੈਂ ਚਾਂਸਿਸ ਨੇ ਕਿ ਤੁਹਾਨੂੰ ਸਟੇ ਲੱਭ ਜਾਊਗਾ। ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਇਸੇ ਦੇ ਨਾਲ ਟਾਈਮ ਹੋਇਆ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਨਾ। ਤੁਸੀਂ ਟੀਵੀ ਵੇਖਦੇ ਰਹੋ, ਬ੍ਰੇਕ ਦੇ ਉਸ ਪਾਰ ਤੁਹਾਨੂੰ ਫਿਰ ਮਿਲਾਂਗੇ। फीस दी, कॉलेज भी बंद हो गया है, वीजा भी एक्सपायर हो रहा है, कहाँ जाऊँ? मलिक लॉ चेम्बर्स। बिजनेस अपॉर्चुनिटीज तो बहुत है यहाँ, लेकिन बिजनेस वीजा एक बहुत ही बड़ा मसला। कहाँ जाऊँ इस मसले के हल के लिए? मलिक लॉ चेम्बर्स। 10 साल हो गया, बच्चे भी बड़े हो गए, वीजे की प्रॉब्लम, तो अब जाऊँ तो कितने जाऊँ? Immediately contact UK's leading immigration law firm, Malik Law Chambers Solicitors. ਵੈਲਕਮ ਬੈਕ ਟੂ ਦਾ ਸ਼ੋ। ਅਸੀਂ ਕਾਲਾਂ ਦਾ ਸਿਲਸਿਲਾ ਉੱਥੋਂ ਸ਼ੁਰੂ ਕਰਨੇ ਜਿੱਥੇ ਖਤਮ ਹੋਇਆ ਸੀ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਨਾ ਵੈਸੇ ਬਹੁਤ ਦੇਰ ਹੋ ਗਈ, ਮੈਨੂੰ ਤਾਂ ਇੰਡੀਆ ਤੋਂ ਆਈ ਨੂੰ 76 ਚ ਆਈ ਸੀਗੀ ਮੈਂ। ਠੀਕ ਹੈ। ਤੇ ਮੇਰੇ ਕੋਲ ਸਟਿਲ ਇੰਡੀਆ ਦਾ ਹੀ ਪਾਸਪੋਰਟ ਹੈਗਾ। ਮੈਂ ਚਾਹੁੰਦੀ ਸੀ ਬ੍ਰਿਟਿਸ਼ ਪਾਸਪੋਰਟ ਬਣਾਉਣ ਵਾਸਤੇ ਕਿ ਮਤਲਬ ਹੁਣ ਮੈਨੂੰ ਦੁਬਾਰਾ ਐਗਜ਼ਾਮ ਵਗੈਰਾ ਦੇਣੇ ਪੈਣੇ ਜਾਂ ਕੀ ਫੀਸ ਹੈਗੀ ਉਹਦੀ? ਤੁਹਾਡੀ ਏਜ ਕਿੰਨੀ ਹੈ? ਹਾਂਜੀ ਮੇਰੀ ਏਜ ਤਾਂ ਵੈਸੇ ਹੁਣ 55 ਹੋ ਗਈ ਆ। ਇੰਡੀਅਨ ਪਾਸਪੋਰਟ ਆ, ਮੈਂ 76 ਵਿੱਚ ਇੰਡੀਆ ਤੋਂ ਆਈ ਸੀਗੀ। ਜੀ ਤੁਹਾਡੀ ਕੱਲ ਦਾ ਸ਼ੁਕਰ। ਵੈਸੇ ਲੇਡੀਜ਼ ਤੋਂ ਏਜ ਤੇ ਨਹੀਂ ਪੁੱਛਣੀ ਚਾਹੀਦੀ, ਲੇਕਿਨ ਇਮੀਗ੍ਰੇਸ਼ਨ ਦੀ ਪੁੱਛਣੀ ਪੈਣੀ। ਕੀ ਕਰੀਏ ਤਾਂ ਬਹਰਹਾਲ ਅਗਰ ਤੁਹਾਡੀ ਏਜ 65 ਤੋਂ ਘੱਟ ਹੈ ਤਾਂ ਤੁਹਾਨੂੰ 2 ਟੈਸਟ ਪਾਸ ਕਰਨੇ ਪੈਣੇ। ਇੱਕ ਤਾਂ ਲਾਈਫ ਇਨ ਯੂਕੇ ਟੈਸਟ ਔਰ ਦੂਸਰਾ ਇੰਗਲਿਸ਼ ਟੈਸਟ। 2 ਟੈਸਟ ਅਗਰ ਪਾਸ ਕਰ ਲਿਓ ਤੇ ਫਿਰ ਤੁਸੀਂ ਨੈਸ਼ਨਲਿਟੀ ਵਾਸਤੇ ਅਪਲਾਈ ਕਰ ਸਕੋਗੇ। ਇਸ ਲਈ ਜਿਹੜੀ ਉਸਨੇ ਹੋਮ ਆਫਿਸ ਲਈ ਫੀਸ ਚਾਰਜ ਕਰਨੇ ਔਰ 906 ਪਾਉਂਡ ਹੈ, ਲੇਕਿਨ 2 ਟੈਸਟ ਪਾਸ ਕਰਨੇ ਜ਼ਰੂਰੀ ਹਨ। ਅਗਰ ਤੁਸੀਂ 76 ਜਾਂ 17 ਦੀ ਚਾਹੇ ਤਾਂ ਉਸਨੇ ਬਹੁਤ ਪਹਿਲੇ ਅਪਲਾਈ ਕਰ ਦੇਣਾ ਚਾਹੁੰਦੇ ਸੀ, ਤਦੋਂ ਤਾਂ ਨੈਸ਼ਨਲਿਟੀ ਫੌਰਨ ਈਮੇਲ ਲੱਭ ਜਾਣੀ ਸੀ, ਫੀ ਵੀ ਬਹੁਤ ਘੱਟ ਹੁੰਦੀ ਸੀ। ਲੇਕਿਨ ਇਹ 2 ਹੁਣ ਜ਼ਰੂਰੀ ਨੇ ਸ਼ਰਤਾਂ, ਲਾਈਫ ਇਨ ਯੂਕੇ ਟੈਸਟ ਤੇ ਇੰਗਲਿਸ਼ ਟੈਸਟ, ਤੇ ਫਿਰ 906 ਪਾਉਂਡ ਤੁਹਾਡੀ ਫੀ ਹੋਏਗੀ। ਕੱਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਹੈਲੋ ਜੀ। ਮੈਂ ਸਰਦਾਰ ਬੋਲਦਾ ਜੀ। ਕੀ ਪਤਾ ਕਰਨਾ ਹੈ ਜੀ? ਮੈਂ ਇਹ ਪਤਾ ਕਰਨਾ ਵੀ ਇਹਨੂੰ ਜਿੱਦਾਂ 8 ਸਾਲ ਹੋ ਗਏ ਮੈਨੂੰ ਤਾਂ ਮੇਰੀ ਤੀਵੀਂ ਨੂੰ ਆਈ ਨੂੰ ਇੱਥੇ ਇੰਗਲੈਂਡ 'ਚ, ਤਾਂ ਵੀ ਅਸੀਂ ਕੋਈ ਕੇਸ ਲਾ ਸਕਦੇ ਹਾਂ ਤੁਹਾਡੇ ਰਾਹੀਂ? ਇਕੱਲੇ ਹੋ ਜਾਂ ਫੈਮਿਲੀ ਵੀ ਹੈ ਤੁਹਾਡੇ ਨਾਲ? ਘਰ ਵਾਲੀ ਮੇਰੇ ਨਾਲ ਹੈ ਜੀ। ਠੀਕ ਹੈ ਜੀ, ਤੁਹਾਡੀ ਕੱਲ ਦਾ ਸ਼ੁਕਰੀਆ। ਹਾਂ ਤੁਸੀਂ ਕੇਸ ਲਾ ਸਕਦੇ ਹੋ। ਜਦੋਂ ਆਏ ਸੀ ਅਗਰ ਤਦੋਂ ਤੁਸੀਂ ਕੋਈ ਕੇਸ ਲਾਇਆ ਹੋਣਾ ਤਾਂ ਤੁਹਾਡਾ ਸਟੇ ਹੋ ਗਿਆ ਹੋਣਾ, ਕਿਉਂਕਿ ਉਹ ਲੋਕੀ ਜਿਹਨੇ ਮਾਰਚ 2007 ਤੋਂ ਪਹਿਲੇ ਕੇਸ ਲਾਏ ਉਹਨੇ ਤੋਂ ਕਾਫੀ ਬੜੀ ਤਾਦਾਦ ਦੇ ਲੋਕਾਂ ਨੂੰ ਸਟੇ ਲੱਭ ਗਿਆ। ਤੁਹਾਨੂੰ ਵੀ ਲੱਭ ਜਾਣਾ ਚਾਹੀਦਾ ਸੀ। ਤੇ ਬਹਰਹਾਲ ਹੁਣ ਵੀ ਕਿਉਂਕਿ ਤੁਹਾਨੂੰ ਆਏ ਕਾਫੀ ਅਰਸਾ ਹੋ ਗਿਆ ਤੇ ਤੁਸੀਂ ਹਿਊਮਨ ਰਾਈਟਸ ਦਾ ਕੇਸ ਲਾ ਸਕਦੇ ਹੋ। ਤੇ ਦੂਸਰਾ ਇਹ ਬੈਨੀਫਿਟ ਹੈ ਕਿ ਜਦੋਂ ਕੋਈ ਕੇਸ ਲਾ ਦਿੰਦੇ ਹੋ ਫਿਰ ਤੁਸੀਂ ਉਹਨਾਂ ਦੇ ਸਿਸਟਮ ਵਿੱਚ ਆ ਜਾਂਦੇ ਹੋ। ਉਸ ਤੋਂ ਬਾਅਦ ਅਗਰ ਕੋਈ ਐਮਨੈਸਟੀ ਜਾਂ ਲੈਗੇਸੀ ਨਿਕਲਣੀ ਤਾਂ ਤੁਹਾਨੂੰ ਉਸ ਤੋਂ ਬੈਨੀਫਿਟ ਮਿਲ ਜਾਣਾ। ਕੱਲ ਦਾ ਸ਼ੁਕਰੀਆ। ਵੇਖਦੇ ਅਗਲੇ ਕਾਲਰ ਕੌਣ ਨੇ ਜੀ। ਹੈਲੋ। ਹੈਲੋ ਜੀ। ਮੈਂ ਤੁਹਾਡੇ ਨੂੰ
ਪੁੱਛਣਾ ਸੀ ਕਿ ਮੇਰੇ ਨਾ ਹਸਬੈਂਡ ਇਟਲੀ 'ਚ ਨੇ ਤੇ ਉਹਨਾਂ ਨੂੰ 10 ਸਾਲ ਦਾ ਬੈਨ ਲੱਗਾ ਏ ਤੇ ਉਹ ਇੱਥੇ ਆ ਸਕਦੇ ਨੇ ਤੇ ਮੈਂ ਇੱਥੇ ਯੂਕੇ 'ਚ ਮਤਲਬ ਕਿ ਰਹਿਣੀ ਤੇ ਰੈਗੂਲਰ ਰਹਿਣੀ ਦੀ ਆ ਤੇ ਮੇਰੇ ਬੱਚੇ ਵੀ ਇੱਥੇ ਨੇ ਤੇ ਮੈਂ ਜੋ ਉਹਨਾਂ ਦਾ ਵੀਜ਼ਾ ਅਪਲਾਈ ਕਰਾਂ ਮਤਲਬ ਕਿ ਫੈਮਿਲੀ ਬੇਸ ਤੇ ਉਹਨਾਂ ਨੂੰ ਵੀਜ਼ਾ ਦੇ ਸਕਦੇ ਨੇ? ਜੀ ਹਾਂ, ਉਹਨਾਂ ਨੂੰ ਲੱਭ ਸਕਦਾ ਹੈ ਕਿਉਂਕਿ ਜਿਹੜਾ ਬੈਨ ਹੈ ਨਾ 10 ਈਅਰ ਵਾਲਾ ਇਹ ਮੈਰਿਜ ਤੇ ਅਪਲਾਈ ਨਹੀਂ ਕਰਨਾ, ਬਾਕੀ ਸਾਰੀ ਕੈਟਾਗਰੀ ਤੇ ਅਪਲਾਈ ਕਰਨਾ। ਅਗਰ ਤਾਂ ਤੁਹਾਡੀ ਉਹਨਾਂ ਨਾਲ ਮੈਰਿਜ और मैरिज नहीं बेचते यूके आना चाहने तो बिल्कुल आ सकते हैं, लेकिन उस वास्ते 2 बड़ी कंडीशंस ने अगर मैरिज नहीं बेचते हैं। नंबर 1 कि ਤੁਹਾਡੀ ਇਨਕਮ 18,600 ਪਾਉਂਡ ਤੋਂ ਜ਼ਿਆਦਾ ਹੋਵੇ, ਦੂਸਰੀ ਹੈ ਕਿ ਉਹਨੇ ਇੰਗਲਿਸ਼ ਟੈਸਟ ਪਾਸ ਕੀਤਾ ਹੋਵੇ ਤਾਂ ਐਪਲੀਕੇਸ਼ਨ ਕਰ ਸਕਦੇ ਨੇ। नहीं लेकिन उन्होंने इटालिया तो आना है, उतो भी इंग्लिश टेस्ट पास करना है। जी हाँ, अगर मैरिज नहीं बेस्ड जितों भी कोई आए तो उसकी इंग्लिश टेस्ट पास करना 18,600 पाउंड जरूरी ने। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਜੀ ਹਾਂਜੀ ਮਾਲਕ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਅਸੀਂ ਮਾਲਕ ਸਾਹਿਬ ਨਾਲ ਗੱਲ ਕਰਨੀ ਚਾਹੁੰਦੇ ਹਾਂ ਜੀ। ਬਿਲਕੁਲ ਗੱਲ ਕਰੋ ਜੀ, ਤੁਸੀਂ ਆਨੇ ਹੀ ਰਹੇ ਹੋ। ਜੀ ਜੀ ਕੀ ਪਤਾ ਕਰਨਾ ਹੈ ਜੀ? ਹਾਂਜੀ ਪਤਾ ਕਰਨਾ ਇਹ ਜਿਹੜੀ ਆ ਭੈਣ ਅੱਗੇ ਆਈ ਸੀਗੀ ਜਿਹਨੇ ਕਿਹਾ ਕਿ ਬੱਚੇ ਇੱਥੇ ਪੈਦਾ ਕਰਦੇ ਆ, ਇਹ ਕਾਹਦੇ ਕਰਦੇ ਆਪਣੀ ਕੰਟਰੀ 'ਚ ਕਿਉਂ ਨਹੀਂ ਕਰਦੇ? ਇਹਨਾਂ ਨੂੰ ਪੁੱਛੋ ਕਿ ਤੁਹਾਡੀ ਬੈਕਗ੍ਰਾਉਂਡ ਕੀ ਆ, ਕਾਹਤੇ ਦੂਜਿਆਂ ਨੂੰ ਮਾੜਾ ਕਹਿੰਦੇ ਆ। ਜੀ ਹਾਂ, ਤੁਹਾਡੀ ਕਾਲ ਦਾ ਸ਼ੁਕਰੀਆ। ਇਹ ਮੈਟਰ ਆਫ ਡਿਸਕਸ਼ਨ ਹੈ ਕਿਉਂਕਿ ਜਿਹੜੇ ਬੰਦੇ ਵੀ ਇਸ ਕੰਟਰੀ ਚਾਹੁੰਦੇ ਨੇ ਉਹ ਸਾਰੇ ਇਸ ਮਾਰੇ ਦੇ ਤੋਂ ਗੁਜ਼ਰਨੇ ਹਨ। ਤੇ ਬਹਰਹਾਲ ਡਿਸਕਸ਼ਨ ਜਦੋਂ ਇੱਥੇ ਪ੍ਰੋਗਰਾਮ ਕੋ ਹੋਏਗਾ ਉਸ ਤੋਂ ਤੁਸੀਂ ਵੈਲਕਮ ਹੋ, ਐਨੀ ਟਾਈਮ ਫੋਨ ਕਰਕੇ ਆਪਣੇ ਵਿਊਜ਼ ਦੇ ਸਕਦੇ ਹੋ ਕਿਉਂਕਿ ਮੈਂ ਉਹਨੇ ਕੀ ਵੀ ਦੱਸਿਆ ਸੀ ਕਿ ਹਰ ਆਦਮੀ ਨੇ ਆਪਣੇ ਆਪਣੇ ਵਿਊਜ਼ ਹੋਣੇ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਨੇ ਜੀ। ਹੈਲੋ ਜੀ। How long it will take, for the answer to come from the Home Office, but he didn't get to ask you that question. Can he? So what kind of application has he made? FLR. When did he make this application? 2 years ago. Okay, and did he get acknowledgement from them? No, what happened was 2 years ago he put FLR in and he got refused. Then he was then the solicitor took it to court, and then we got a letter from the court to say it's now gone to Home Office. Then the Home Office has about 3 weeks ago they asked the solicitor for my husband's wife documents like birth certificate, passports, and proof of address, and we've done that 2 weeks ago. So we want to know how long will it take for decision to come through. Thank you for your call. Basically, it shouldn't take long now. Reason is that when basically they refused the application, you went to the court, and when you went to the court, so that stage basically Home Office lawyer, they look into that matter, so they thought there are some grounds. That's the reason they basically withdrawn the decision. So now basically the turn has come and you are giving them the documents. Just wait, I think next few weeks time there should be a decision. Thank you for the call. ਵੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਨੇ ਜੀ। ਹੈਲੋ ਜੀ। ਹੈਲੋ ਜੀ। ਹੈਲੋ ਹੈਲੋ ਜੀ, ਤੁਸੀਂ ਗੱਲ ਕਰੋ ਜੀ। ਜੀ ਹੈਲੋ ਜੀ। ਜੀ ਤੁਸੀਂ ਗੱਲ ਕਰੋ ਜੀ। मैं लगना शायद गल नहीं करना चाहते तो कल ड्रॉप करना पेगी। वेखते हैं साढ़े नेक्स्ट कॉलर कौन ने जी। हेलो जी। जी हेलो जी, तुसी गल करो जी। हाँ जी मलिक साहब मेरा सत श्री अकाल जी। जी सत श्री अकाल। हाँ जी, मेरे बेटे नूं इत्थे आए नूं 15 साल हो गए हैं। अच्छा। हाँ जी, असीं केस ला सकते हैं कि नहीं? 15 साल हो गए। उसकी एज उन कितनी है? एज उसकी 40 हो गई है। 40 साल हो गए। उसकी उम्र 40 साल है। हाँ जी। तो उस 15 साल कोई केस नहीं लाया है? नहीं, कोई नहीं लाया। जी ਤੁਹਾਡੀ ਗੱਲ ਦਾ ਸ਼ੁਕਰੀਆ। ਇੱਥੇ ਹੋਣਾ ਹੈ ਕਿ ਹਰ ਕੁਝ ਅਰਸੇ ਬਾਅਦ 5-7 ਸਾਲ ਬਾਅਦ ਕੋਈ ਨਾ ਕੋਈ ਐਮਨੈਸਟੀ ਨਿਕਲ ਆਣੀ ਜਿਸ ਜੋ ਇਲੀਗਲ ਲੋਕਾਂ ਨੂੰ ਲੀਗਲ ਕਰਨੇ। ਪਿਛਲੇ 15 ਸਾਲਾਂ ਵਿੱਚ ਤਕਰੀਬਨ ਕੋਈ 3 ਸਕੀਮਾਂ ਨਿਕਲ ਚੁੱਕੀਆਂ ਹਨ। ਤਾਂ ਅਗਰ ਇਸ ਪਹਿਲੇ ਅਪਲਾਈ ਕੀਤਾ ਹੋਣਾ ਤਾਂ ਇਸੇ ਕਾਫੀ ਸਾਰੇ ਚਾਂਸਸ ਨੇ ਤੁਹਾਡੇ ਬੇਟੇ ਨੂੰ ਸਟੇ ਮਿਲ ਗਿਆ ਹੋਣਾ, ਲੇਕਿਨ ਚੂੰਕਿ ਐਪਲੀਕੇਸ਼ਨ ਕੋਈ ਨਹੀਂ ਲਾਈ। ਹੁਣ ਵੀ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ ਲੇਕਿਨ ਗਾਰੰਟੀ ਕੋਈ ਨਹੀਂ ਹੈ। ਤੇ ਜਦੋਂ ਉਹ 20 ਸਾਲ ਪੂਰੇ ਕਰੇਗਾ ਫਿਰ ਅਗਰ ਐਪਲੀਕੇਸ਼ਨ ਕਰਨਾ ਤਾਂ ਫਿਰ ਸਟੇ ਮਿਲੇ ਨਹੀਂ ਗਾਰੰਟੀ ਹੈ। ਚੂੰਕਿ ਪਹਿਲੇ 14 ਸਾਲ ਦਾ ਰੂਲ ਸੀ ਉਹ ਖਤਮ ਹੋ ਕੇ ਤੇ 20 ਸਾਲ ਹੋ ਗਿਆ। ਲੇਕਿਨ ਇਹ ਵੀ ਰੱਖੋ ਜ਼ਹਿਨ ਕਿ ਜਦੋਂ ਤੁਸੀਂ ਕੋਈ ਐਪਲੀਕੇਸ਼ਨ ਪਾਉਂਦੇ ਹੋ ਤਾਂ ਉਸ ਗਵਰਨਮੈਂਟ ਦੇ ਸਿਸਟਮ ਵਿੱਚ ਆ ਜਾਂਦੇ ਹੋ। ਉਸ ਤੋਂ ਬਾਅਦ ਅਗਰ ਕੋਈ ਐਮਨੈਸਟੀ ਜਾਂ ਲੈਗੇਸੀ ਨਿਕਲਣੀ ਉਹ ਤੁਹਾਨੂੰ ਕਵਰ ਕਰਦੀ ਹੈ। ਲੇਕਿਨ ਹੁਣ ਵੀ ਅਗਰ ਹਿਊਮਨ ਰਾਈਟਸ ਦੇ ਕੇਸ ਬੇਸਿਸ ਤੇ ਕੇਸ ਪਾਣਾ ਚਾਹੋ
ਤਾਂ ਤੁਸੀਂ ਪਾ ਸਕਦੇ ਹੋ। ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਸਟੂਡੈਂਟ ਆਇਆ ਸੀ ਇੱਥੇ। ਠੀਕ ਹੈ। ਤੇ ਲਾਸਟ ਈਅਰ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ। ਠੀਕ ਹੈ। ਪਰ ਐਟ ਦਾ ਮੂਵਮੈਂਟ ਮੈਂ ਆਪਣੀ ਪਾਰਟਨਰ ਦੇ ਨਾਲ ਰਹਿ ਰਿਹਾ। ਠੀਕ। ਹਾਂਜੀ 4.5 ਸਾਲ ਤੋਂ। ਕੀ ਮੈਂ ਉਹਦੇ ਨਾਲ ਪਾਰਟਨਰਸ਼ਿਪ ਦੇ ਵਿੱਚ ਐਜ਼ ਏ ਪਾਰਟਨਰ ਵੀਜ਼ਾ ਅਪਲਾਈ ਕਰ ਸਕਦਾ ਹੈ? ਜੀ ਹਾਂ, ਤੁਸੀਂ ਪਾਸ ਕੇਸ ਅਪਲਾਈ ਕਰ ਸਕਦੇ ਹੋ, ਕਿਉਂਕਿ ਉਸ ਵਾਸਤੇ ਸ਼ਰਤ ਹੈ ਕਿ ਅਗਰ ਤੁਹਾਡੀ ਮੈਰਿਜ ਨਹੀਂ ਹੋਈ ਹੈ ਤੇ ਤੁਹਾਡੀ ਪਾਰਟਨਰਸ਼ਿਪ 2 ਸਾਲ ਤੋਂ ਜ਼ਿਆਦਾ ਚੱਲੀ ਹੈ ਤਾਂ ਫਿਰ ਐਜ਼ ਏ ਪਾਰਟਨਰ ਐਪਲੀਕੇਸ਼ਨ ਪਾ ਸਕਦੇ ਹੋ। 5 ਸਾਲ ਤੋਂ ਉਹਦੇ ਨਾਲ ਤੇ ਮੇਰੇ ਕੋਲ ਉੱਥੋਂ ਘਰ ਦਾ ਉਹੀ ਐਡਰੈਸ ਆ ਸਾਰਾ ਕੁਝ। ਜੀ ਹਾਂ, ਇਹ ਤਾਂ ਬਿਲਕੁਲ ਚੰਗਾ ਸੋਲਿਡ ਪ੍ਰੂਫ ਹੈ। ਤਾਂ ਇਹ ਤੁਸੀਂ ਐਪਲੀਕੇਸ਼ਨ ਪਹਿਲੇ ਪਾ ਦੇਣੀ ਚਾਹੀਦੀ ਸੀ, ਲੇਕਿਨ ਹੁਣ ਵੀ ਤੁਸੀਂ ਐਪਲੀਕੇਸ਼ਨ ਅਗਰ ਪਾਣਾ ਚਾਹੋ। ਮੇਰਾ ਪਾਸਪੋਰਟ ਉਹਨਾਂ ਦੇ ਕੋਲ ਆ, ਹੋਮ ਆਫਿਸ ਕੋਲ। ਠੀਕ ਹੈ, ਤਾਂ ਤੁਸੀਂ ਜੀ ਹਾਂ ਪਾਸਪੋਰਟ ਬਗੈਰ ਵੀ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ ਤੇ ਕਿਸੇ ਚੰਗੇ ਵਕੀਲ ਨੂੰ ਮਿਲ ਕੇ ਤੇ ਐਪਲੀਕੇਸ਼ਨ ਪਾ ਦਿਓ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਜੀ। ਹੈਲੋ ਜੀ। ਹੈਲੋ ਜੀ। ਜੀ ਹੈਲੋ। ਹੈਲੋ ਜੀ, ਗੱਲ ਕਰੋ ਜੀ। ਹਾਂਜੀ ਮਲਿਕ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮਲਿਕ ਸਾਹਿਬ, ਮੈਂ ਹੁਣੇ ਮੇਰੀ ਵਾਈਫ ਨੇ ਫੋਨ ਕੀਤਾ ਸੀ 5-7 ਮਿੰਟ ਹੋ ਗਏ ਜੀ। ਉਹਨੇ ਕਿਹਾ ਸੀ ਵੀ ਅਸੀਂ ਬੱਚਿਆਂ ਨਾਲ ਆਏ ਸੀਗੇ। ਇੱਕ ਬੱਚਾ ਮੇਰਾ ਨਾਲ ਆਇਆ ਸੀ 12-13 ਸਾਲ ਦਾ ਸੀਗਾ ਜੀ, ਤੇ 2 ਬੱਚੇ ਇੱਥੇ ਹੋਏ ਸੀਗੇ। ਤੇ ਉਹਨਾਂ ਨੇ ਬੱਚਿਆਂ ਨੇ ਬਿਹਾਰ ਤੇ ਕੇਸ ਕੀਤਾ ਸੀ, ਉਹਨਾਂ ਨੇ ਸਾਨੂੰ ਰਿਫਿਊਜ਼ ਕਰਤਾ ਸੀ। ਫਿਰ ਟ੍ਰੈਜਰੀ ਸਲਿਸਟਰ ਵਿੱਚ ਹੋਰ ਹੋ ਗਈ ਸੀ ਤੇ ਉਹਨਾਂ ਨੇ ਕਿਹਾ ਕੇਸ ਵਾਪਸ ਲੈ ਲਓ, ਅਸੀਂ ਰਾਈਟ ਆਫ ਅਪੀਲ ਦਿੰਦੇ ਆ, ਉਹ ਵੀ ਨਹੀਂ ਦਿੱਤੀ। ਤੇ ਬਾਅਦ ਚ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਅਸੀਂ ਤੁਹਾਡੀ ਫੈਮਿਲੀ ਲਾਈਫ ਤੇ ਪ੍ਰਾਈਵੇਟ ਲਾਈਫ ਦੇਖ ਕੇ ਕੰਸੀਡਰ ਕਰਦੇ ਆ। ਤੇ ਉਹਨਾਂ ਨੇ ਹੁਣ ਸਾਨੂੰ ਬਾਇਓਮੈਟ੍ਰਿਕ ਭੇਜੇ ਸੀ। ਪਹਿਲਾਂ ਵੀ ਅਸੀਂ ਬਾਇਓਮੈਟ੍ਰਿਕ ਕਰਾਏ ਹੋਏ ਸੀ, ਪਰ ਜਿਹੜੇ ਹੁਣ ਹੋਏ ਆ ਸਾਡੇ ਲਾਸਟ ਵੀਕ ਹੋਇਆ ਉਹਦੇ ਚ ਬਗੈਰ ਪੈਸੇ ਤੋਂ ਉਹਨਾਂ ਨੇ ਕਰਵਾਇਆ ਜੀ। ਤੇ ਕਿੰਨੀ ਦੇਰ ਬਾਅਦ ਚ ਫੈਸਲਾ ਆ ਸਕਦਾ ਤੇ ਕੀ ਹੋ, ਇਸ ਬਾਰੇ ਮਾੜਾ ਜਿਹਾ ਪੁੱਛਣਾ ਹੈ ਸਰ, ਪਲੀਜ਼ ਗਾਈਡ ਕਰ ਦਿਓ ਜੀ। ਥੈਂਕ ਯੂ ਜੀ। ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਇਹ ਚੰਗਾ ਸਾਈਨ ਹੈ। ਵੈਸੇ ਵੀ ਰੂਲਸ ਇਹ ਕਹਿੰਦੇ ਨੇ ਕਿ ਜਦੋਂ ਤੁਸੀਂ ਬੱਚੇ ਦੇ ਨਾਲ 7 ਸਾਲ ਪੂਰੇ ਕਰ ਲਿਓ ਫਿਰ ਤੁਹਾਨੂੰ ਇੱਥੇ ਸਟੇ ਲੱਭ ਜਾਣਾ ਚਾਹੀਦਾ, ਤੇ ਲੇਕਿਨ ਹੋਮ ਹੌਸਟਲ ਬਾਜ਼ਕਾਤ ਨਹੀਂ ਵੀ ਦੇਣੇ ਸਟੇ। ਤੇ ਬਹਰਹਾਲ ਹੁਣ ਕਿਉਂਕਿ ਤੁਸੀਂ ਕੋਰਟ 'ਚ ਗਏ ਹੋ ਤੇ ਕੋਰਟ ਤੋਂ ਬਾਅਦ ਉਹਨੇ ਤੁਹਾਡੇ ਕੋਲੋਂ ਬਾਇਓਮੈਟ੍ਰਿਕਸ ਦੁਬਾਰਾ ਕੀਤੇ ਤੇ ਪੇਪਰ ਮੰਗੇ ਤੇ ਚਾਂਸਿਸ ਨੇ ਕਿ ਤੁਹਾਡਾ ਸਟੇ ਬਹੁਤ ਜਲਦੀ ਲੱਗ ਜਾਏਗਾ। ਮੈਨੂੰ ਲੱਗਦਾ ਹੈ ਕਿ 5-6 ਵੀਕ ਦੇ ਅੰਦਰ ਤੁਹਾਡੇ ਕੇਸ ਦਾ ਫੈਸਲਾ ਹੋ ਜਾਣਾ ਚਾਹੀਦਾ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਨੇ ਜੀ। ਹੈਲੋ। ਹੈਲੋ ਜੀ। ਹੈਲੋ ਜੀ ਮਿਸਟਰ ਮਲਿਕ, ਮੈਂ ਤੁਹਾਡੇ ਕੋਲ ਪੁੱਛਣਾ ਸੀਗਾ। ਅਸੀਂ 2004 ਵਿੱਚ ਯੂਕੇ ਵਿੱਚ ਆਏ ਸੀਗੇ, ਮੈਂ, ਮੇਰੀ ਬੇਟੀ ਔਰ ਮੇਰੇ ਹਸਬੈਂਡ। ਤੇ ਅਸੀਂ 2012 ਦਾ 9 ਜੁਲਾਈ ਤੋਂ ਪਹਿਲਾਂ FLR ਫਾਰਮ ਫਿਲ ਕਰਕੇ ਜੋ ਆਪਣਾ ਕੇਸ ਪਾਇਆ ਸੀ ਹਿਊਮਨ ਰਾਈਟਸ, ਲੇਕਿਨ 1.5 ਈਅਰ ਬਾਅਦ ਸਾਨੂੰ ਉਹ ਨਾ ਰਿਫਿਊਜ਼ ਕਰ ਦਿੱਤਾ। ਤੇ ਅਸੀਂ ਫਿਰ ਸਾਡਾ ਜੋ ਰਿਕਨਸਨਟ੍ਰੇਸ਼ਨ ਜੁਡੀਸ਼ੀਅਲ ਰਿਵਿਊ ਸਾਰਾ ਕੁਝ ਹੋਇਆ ਤੇ ਸਾਨੂੰ ਰਾਈਟ ਆਫ ਅਪੀਲ ਮਿਲਿਆ। ਉਸ ਤੋਂ ਬਾਅਦ ਅਸੀਂ ਫਸਟ ਈਅਰ ਟ੍ਰਿਬਿਊਨਲ ਜੋ ਸੀ ਉੱਥੇ ਗਏ, ਸਾਡੀ ਕੋਈ ਸੁਣਵਾਈ ਨਹੀਂ ਹੋਈ, ਲੇਕਿਨ ਉੱਥੇ ਹੋਮ ਆਫਿਸ ਨੇ ਆਪਣਾ ਕੇਸ ਜੋ ਸੀ ਵਿਦਡਰਾ ਕਰ ਲਿਆ ਔਰ ਜੋ ਜੱਜਿਸ ਸੀਗੇ ਉਹਨਾਂ ਨੇ ਸਾਡੇ ਹੱਕ ਵਿੱਚ ਫੈਸਲਾ ਦਿੱਤਾ ਕਿ ਇਹਨਾਂ ਨੂੰ ਲੀਵ ਦਿੱਤੀ ਜਾਏ ਇੱਥੇ ਰਹਿਣ ਨੂੰ। ਲੇਕਿਨ ਹੋਮ ਆਫਿਸ ਨੇ ਜੋ ਸੀ ਦੁਬਾਰਾ ਤੋਂ ਅਪਰ ਟ੍ਰਿਬਿਊਨਲ ਵਿੱਚ ਜੋ ਅਪੀਲ ਕਰ ਦਿੱਤੀ ਤੇ ਉਸ ਦਾ ਫੈਸਲਾ ਜੋ ਸੀ, ਜੋ ਜੱਜਿਸ ਨੇ ਜੋ ਵੀ ਉੱਥੇ ਡਿਸੀਜ਼ਨ ਲਿਆ ਉਹ ਸਾਨੂੰ ਲੈਟਰ ਆ ਚੁੱਕੀ ਹੈ। 1 ਮੰਥ ਹੋ ਗਿਆ ਹੈ ਸਾਨੂੰ ਕਿ ਉਹਨਾਂ ਨੇ ਸਾਡੇ ਹੱਕ 'ਚ ਕਿਹਾ ਹੈ ਕਿ ਤੁਸੀਂ ਇਹਨਾਂ ਨੂੰ ਜੋ ਹੈ ਫਰੈਸ਼ ਡਿਸੀਜ਼ਨ ਦਿਓ, ਇਹਨਾਂ ਦਾ ਜਿੰਨਾ ਟਾਈਮ ਤੁਸੀਂ ਵੇਸਟ ਕੀਤਾ ਉਹ ਸਾਰਾ ਕੁਝ ਦਿਓ ਔਰ ਜੋ ਮਟੀਰੀਅਲ ਹੈ ਜੋ ਕੁਝ ਵੀ ਟ੍ਰਿਬਿਊਨਲ ਫਸਟ ਨੇ ਦੇਖ ਕੇ ਸਾਨੂੰ ਫੈਸਲਾ ਦਿੱਤਾ ਹੈ ਉਹਨੂੰ ਵੀ ਸਾਰਾ ਕੁਝ ਦੇਖੋ। ਇਹ ਸਾਰਾ ਕੁਝ ਉਹਨਾਂ ਨੇ ਹੋਮ ਆਫਿਸ ਨੂੰ ਕਿਹਾ ਆ। ਤੇ ਹੁਣ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਸਾਨੂੰ ਕਿੰਨਾ ਕੁ ਟਾਈਮ ਹੋਰ ਲੱਗੇਗਾ, ਕਿ ਹੋਮ ਆਫਿਸ ਸਾਨੂੰ ਕੀ ਜਵਾਬ ਦੇਏਗਾ, ਕਿੰਨਾ ਕੁ ਟਾਈਮ ਲੱਗੇਗਾ? ਜੀ ਤੁਹਾਡੀ ਕੱਲ ਦਾ ਸ਼ੁਕਰੀਆ। ਹੁਣ ਜ਼ਿਆਦਾ ਦੇਰ ਨਹੀਂ ਲੱਗਣੀ ਚਾਹੀਦੀ ਕਿਉਂਕਿ ਤੁਹਾਡੇ ਹੱਕ 'ਚ ਫੈਸਲਾ ਹੋਇਆ ਸੀ ਫਸਟ ਟ੍ਰਾਈਬਿਊਨਲ ਤੋਂ, ਫਿਰ ਅਪਰ ਟ੍ਰਾਈਬਿਊਨਲ ਵੀ ਉਸਨੂੰ ਕਨਫਰਮ ਕਰ ਦਿੱਤਾ। ਤਾਂ ਹੁਣ ਹੋਮ ਆਫਿਸ ਤੇ ਕੋਈ ਮਤਲਬ ਹੈ ਹੋਰ ਕੋਈ ਜਗ੍ਹਾ ਨਹੀਂ ਰਹੀ ਜਿੱਥੇ ਉਹ ਇਸ ਦੇ ਖਿਲਾਫ ਅਪੀਲ ਕਰਨ। ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਸਟੇ ਲਗਾ ਕੇ ਭੇਜ ਦੇਣਗੇ। ਜ਼ਿਆਦਾ ਦੇਰ ਨਹੀਂ ਲੱਗਣੀ ਚਾਹੀਦੀ, 2-4 ਵੀਕ 'ਚ ਸ਼ਾਇਦ ਤੁਹਾਡੇ ਕੇਸ ਦਾ ਫੈਸਲਾ ਕਰਨ। ਲੇਕਿਨ ਫਿਰ ਵੀ ਅਗਰ 7-8 ਵੀਕ ਤੱਕ ਤੁਹਾਡੇ ਕੇਸ ਦਾ ਫੈਸਲਾ ਨਾ ਕਰਨ ਤਾਂ ਤੁਸੀਂ ਉਹਨਾਂ ਨੂੰ ਚਿੱਠੀ ਪਾ ਸਕਦੇ ਹੋ ਕਿ ਤੁਸੀਂ ਇਸ ਨੂੰ ਹਾਈ ਕੋਰਟ 'ਚ ਲੈ ਜਾ ਸਕਦੇ ਹੋ ਕਿ ਤੁਹਾਡਾ ਕੇਸ ਨਾਲ ਜਲਦੀ ਫੈਸਲਾ ਨਹੀਂ ਹੋਣਾ। ਲੇਕਿਨ 2-4 ਵੀਕ ਤੁਹਾਡੇ ਜਾਂ 5-6 ਵੀਕ ਤੁਹਾਡੇ ਕੇਸ ਦਾ ਫੈਸਲਾ ਹੋ ਜਾਣਾ ਚਾਹੀਦਾ। ਤੁਹਾਡੀ ਕੱਲ ਦਾ ਸ਼ੁਕਰੀਆ। ਵੇਖਦੇ ਅਗਲੇ ਕਾਲਰ ਕੌਣ ਨੇ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਜੀ ਸਤਿ ਸ਼੍ਰੀ ਅਕਾਲ। ਸਰ ਮੇਰੀ ਮਦਰ ਆਈ ਸੀ 2 ਸਾਲ ਪਹਿਲਾਂ। ਠੀਕ ਹੈ। ਹਾਊਸ ਵੀਜ਼ਾ ਤੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਣਾ ਜਨਵਰੀ ਵਿੱਚ ਜਾ ਕੇ ਜੀ ਅਗਲੇ ਸਾਲ। ਤੇ ਉਹ ਜਦੋਂ ਆਈ ਸੀ 2012 ਵਿੱਚ, ਜਦੋਂ ਲਾਅ ਚੇਂਜ ਹੋਏ ਸੀ ਤੁਹਾਡੇ ਸਪਾਊਸ ਕੋਲ ਪੈਸੇ ਹੋਣੇ ਚਾਹੀਦੇ, ਸਾਲ ਦੇ ਪੈਸੇ ਕਮਾਉਣੇ ਹੋਣੇ ਚਾਹੀਦੇ ਆ। ਉਸ ਤੋਂ 1 ਵੀਕ ਪਹਿਲਾਂ ਉਹ ਵੀਜ਼ਾ ਲੱਗਾ ਸੀ, ਉੱਥੋਂ ਉਹ ਈ-ਸੋਲ ਦਾ ਕੋਰਸ ਕਰਕੇ ਆ ਗਏ ਸੀ। ਠੀਕ ਹੈ। ਉਹਨਾਂ ਨੂੰ ਹੁਣ ਅਸੀਂ ਪਰਮਾਨੈਂਟ ਜਦੋਂ ਅਪਲਾਈ ਕਰਨ ਅਗਲੇ ਸਾਲ ਉਹਨਾਂ ਨੂੰ ਈ-ਸੋਲ ਦਾ ਕੋਰਸ ਵੀ ਕਰਨਾ ਪਏਗਾ? ਨਹੀਂ ਉਹ ਨਹੀਂ ਕਰਨਾ ਪੈਣਾ ਕਿਉਂਕਿ ਉਹਨੇ ਉੱਥੋਂ ਆਲਰੇਡੀ ਕੀਤਾ ਤੇ ਰੂਲਸ ਇਹ ਚ ਕਿ ਜਿੰਨੇ ਉੱਥੋਂ ਜਿਹੜੇ ਮੈਰਿਜ ਨਹੀਂ ਬੇਸਦੇ ਹਨ ਉੱਥੇ ਟੈਸਟ ਪਾਸ ਕੀਤਾ ਉਹ ਇੱਥੇ ਚੱਲ ਜਾਊਗਾ। ਹੁਣ ਸਿਰਫ ਇਹਨੇ ਇੱਥੋਂ ਲਾਈਫ ਇਨ ਯੂਕੇ ਟੈਸਟ ਪਾਸ ਕਰਨਾ ਹੈ ਤੇ ਜਦੋਂ ਇਹਨਾਂ ਨੂੰ ਯੂਕੇ ਨੇ ਆਏ ਨੇ 3 ਮੰਥ ਹੋ ਜਾਣ ਫਿਰ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ। ਅੱਜ ਜੀ
ਸੌਰੀ ਤੋਂ ਉਹਨਾਂ ਨੂੰ ਹਲੇ ਕਰਨਾ ਪਏਗਾ ਲਾਈਫ ਇਨ ਯੂਕੇ ਟੈਸਟ? ਹਾਂ, ਲਾਈਫ ਇਨ ਯੂਕੇ ਟੈਸਟ ਕਰਨਾ ਪਏਗਾ ਕਿਉਂਕਿ ਹੁਣ ਇੰਡੈਫੀਨਿਟ ਸਟੇ ਵਾਸਤੇ ਦੋ ਚੀਜ਼ਾਂ ਦੀ ਲੋੜ ਪੈਣੀ ਹੈ, ਇੱਕ ਲਾਈਫ ਇਨ ਯੂਕੇ ਔਰ ਦੂਸਰਾ ਇੰਗਲਿਸ਼ ਟੈਸਟ। ਇੰਗਲਿਸ਼ ਟੈਸਟ ਕਰ ਲਿਆ, ਹੁਣ ਲਾਈਫ इन यूके टेस्ट उन्हें करना है। तो अप्लाई करने से पहले फिर भी कर लिया? जी हाँ, उन्हें तो कर लियो, चूंकि बाद का तो फौरी तौर पर नहीं होना है, उन्हें तो कर लियो। तो दूसरी गल जदू वो यूके च एंटर होए सन तदू तो 3 मंथ जदू पूरे हो जाना 3 महीने फिर तुसी एप्लीकेशन पा सकते हो। कल का शुक्रिया। वेखते हैं साढ़े अगले कॉलर कौन ने जी। हेलो जी। जी गल कर सकते हैं जी बिल्कुल गल करो जी। जी जी मेरा सवाल है जी कि हमने जो एप्लीकेशन की थी स्टूडेंट की सर, अभी वो ILR के लिए क्या इसको विड्रॉ करके दूसरी कर सकते हैं सर, वेरिएशन की एप्लीकेशन? तो आपने जब एप्लीकेशन की थी तो उस वक्त आपका वैलिड वीजा था या नहीं था? उस समय था जी। तो एप्लीकेशन आपका वीजा कब खत्म होना था? नहीं अभी वेरिएशन की करनी है सर, अभी नहीं, उन्होंने कोई आंसर नहीं दिया। उसमें वो डिपेंड है कि आपका वीजा कब खत्म होना था। उसका तो अभी तो वो खत्म हो गया वीजा। नहीं तो किस डेट को खत्म होना, किस डेट को खत्म हुआ? लास्ट मंथ खत्म हो गया जी। तो आपने एप्लीकेशन कब भेजी थी, जो पहली एप्लीकेशन थी? वो अभी 1-2 महीने हो गए सर अभी। वो पहले अप्लाई की है? हाँ जी। तो आपके बायोमेट्रिक्स हो गए हैं? नहीं वो नहीं हुए अभी। तो आपको एक्नॉलेजमेंट आ गई है? हाँ जी वो आ गई। हाँ जी हाँ बिल्कुल, आप कॉल का शुक्रिया। तो आप न्यू एप्लीकेशन कर सकते हैं जो 10 ईयर की बेस पे, उसमें सिर्फ आपको लाइफ इन यूके टेस्ट अगर आपने पास किया है तो आप न्यू एप्लीकेशन इसमें कर सकते हैं, जो कि 10 साल चूंकि आपने पूरे कर लिए हैं, लिहाजा आप 10 साल की बुनियाद एप्लीकेशन कर सकते हैं। और पहले वाली जो एप्लीकेशन उसको आपको विड्रॉ करना पड़ेगा। कॉल का शुक्रिया। देखते हैं साढ़े नेक्स्ट कॉलर कौन ने जी। हेलो जी। हेलो जी। हेलो हेलो जी। मैं ਪੁੱਛਣਾ ਸੀ ਕਿ ਮੈਂ ਸਟੂਡੈਂਟ ਹਾਂ। ਠੀਕ ਹੈ। ਤੇ ਮੇਰੇ ਵੀਜ਼ੇ ਤੇ ਵਰਕ ਪਲੇਸਮੈਂਟ ਆ। ਠੀਕ ਹੈ। ਠੀਕ ਹੈ ਤੇ ਬਟ 24 ਨੂੰ ਕਾਲਜ ਸਸਪੈਂਡ ਹੋ ਗਿਆ ਤੇ ਯੂਕੇਬੀਏ ਨੇ ਇਨਵੈਸਟੀਗੇਟ ਕੀਤੀ। ਮੈਂ ਵੀਕ ਚ 5 ਆਵਰ ਕੰਮ ਕਰਦੀ ਹਾਂ। ਠੀਕ ਹੈ। ਤੇ ਹੁਣ ਮੈਨੂੰ ਕਾਲਜ ਵਾਲੇ ਕਹਿੰਦੇ ਨੇ ਵੀ ਪ੍ਰੂਫ ਦਵੋ ਕਿਉਂਕਿ ਯੂਕੇਬੀਏ ਨੇ ਸਸਪੈਂਡ ਕਾਲਜ ਇਸ ਕਰਕੇ ਕੀਤਾ। ਇਹਦਾ ਕੋਈ ਸੋਲੂਸ਼ਨ ਹੈਗਾ? जी ਤੁਹਾਡੀ ਕਾਲ ਦਾ ਸ਼ੁਕਰੀਆ। ਅਗਰ ਤਾਂ ਤੁਹਾਡੇ ਕੋਲ ਵੀਜ਼ਾ ਹੈ ਤਾਂ ਹੋਮ ਅਫਸਰ ਨੇ ਕਾਲਜ ਬੰਦ ਕਰ ਦਿੱਤਾ ਹੈ ਤਾਂ ਫਿਰ ਤੁਹਾਡੇ ਕੋਲ ਇਹ ਆਪਸ਼ਨ ਰਹਿ ਜਾਣਾ ਕਿ ਵਿਦਿਨ 2 ਮੰਥ ਯਾਨੀ 2 ਮਹੀਨੇ ਦੇ ਅੰਦਰ ਅੰਦਰ ਤੁਸੀਂ ਨਵੇਂ ਕਾਲਜ ਐਡਮਿਸ਼ਨ ਲੈ ਕੇ ਉਹਨੇ ਤੋਂ ਕੈਸ਼ ਲੈਟਰ ਲੈ ਕੇ ਹੋਮ ਅਫਸਰ ਨੂੰ ਨਏ ਵੀਜ਼ੇ ਵਾਸਤੇ ਅਪਲਾਈ ਕਰ ਦਿਓ। ਤੇ ਅਗਰ ਕਾਲਜ ਬੰਦ ਹੋ ਗਿਆ ਤਾਂ ਫਿਰ ਇਹ ਆਪਸ਼ਨ ਹੈ ਕਿ ਨਏ ਕਾਲਜ ਚਲੇ ਜਾਓ ਤੇ ਨਏ ਵੀਜ਼ੇ ਵਾਸਤੇ ਅਪਲਾਈ ਕਰਨਾ ਪਏਗਾ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਅਗਲੇ ਕਾਲਰ कौन ने जी। हेलो जी। जी वालेकुम सलाम। मैंने पहले भी आपको फोन किया थोड़ी देर पहले, तो मैंने पूछा था कि मेरे पास 3 साल की डिस्कशन है, अब 3 साल की, अब मैंने अनडेफिनेट के लिए अप्लाई करना है। तो मैंने होम ऑफिस फोन किया था, उन्होंने कहा कि जिनके पास डिस्कशन लीव होती है तो उनको लाइफ इन यूके और B1 की जरूरत नहीं होती, तो वो जब ब्रिटिश पासपोर्ट अप्लाई करेंगे तो तब चाहिए। तो मुझे समझ नहीं आती, कुछ कहते हैं हाँ कुछ कहते हैं नहीं, आप सही तरह बता दें। जी आपकी कॉल का शुक्रिया। अगर तो आपने 6 साल पूरे कर लिए, 6 साल की बुनियाद पे अप्लाई करते हैं तो इनके बगैर भी आप एप्लीकेशन कर सकती हैं, लाइफ इन यूके टेस्ट के बगैर और इंग्लिश टेस्ट के बगैर भी एप्लीकेशन कर सकती हैं अगर 6 साल की बुनियाद पे अप्लाई करना चाहें। तो इसके बाद नेक्स्ट स्टेज होगा आपकी नेशनलिटी का, उसके लिए आपको टेस्ट की जरूरत होगी। कॉल का शुक्रिया। देखते हैं साढ़े अगले कॉलर कौन ने जी। हेलो जी। हेलो जी। जी क्या पता करना है जी? मैं ना आपके बेटे का पूछना सीगा। जी जी पूछो जी। हेलो मलिक साहब। जी हेलो जी। हाँ जी मैं सुरेश बोलदा। मैं इत्थे ना पक्का होया सी, मैं आपके बेटे ते बेटी दा आपके डिपेंडेंट उन्हां नूं बुलाया सी इत्थे। ठीक है। हाँ जी। ते पर मेरा बेटा इत्थे ना 3 साल पहलों 2 साल बाद हॉलीडे वीजे ते आया सी, वो बैग मुड़ गया सी। ठीक है। ते उन्हें दस्सिया नहीं मेरा मापा इंग्लैंड विच आ, ते जदों असीं आपके डिपेंडेंट बुलाया दोवां नूं, मेरी बेटी ਨੂੰ ਉਹਨੇ ਡੈਫੀਨੇਟ ਦੇਤੀ, ਪਰ ਬੇਟੇ ਦਾ ਉਹਨੇ ਬੈਨ ਲਾਤਾ 10 ਸਾਲ ਦਾ। ਠੀਕ ਹੈ। ਤੇ ਉਹਦਾ ਕੀ ਹੋ ਸਕਦਾ ਕੁਛ ਉਹਦਾ ਫੇਰ ਦੁਬਾਰਾ ਅਪੀਲ ਦੇ ਕੋਈ? ਏਜ ਕਿੰਨੀ ਹੈ ਤੁਹਾਡੇ ਬੇਟੇ ਦੀ? ਹੁਣ ਤਾਂ 23 ਸਾਲ ਦਾ ਹੋ ਗਿਆ। ਉਦੋਂ 21 ਸਾਲ ਦਾ ਜਦੋਂ ਇੱਥੇ ਆਇਆ ਉਹ 18 ਸਾਲ ਦਾ ਸੀ।
ਜੀ ਤੁਹਾਡੀ ਕੱਲ ਦਾ ਸ਼ੁਕਰੀਆ। ਜਦੋਂ ਇੱਥੇ ਸਰ ਤਦੋਂ ਅਗਰ ਅਪਲਾਈ ਕਰਦੇ ਰਹੇ ਕੁਝ ਚਾਂसेस ਹਨ, ਲੇਕਿਨ ਹੁਣ ਉਹ ਮੁਸ਼ਕਿਲ ਹੋ ਜਾਏਗਾ ਕਿਉਂਕਿ ਉਸ ਜਦੋਂ ਆਇਆ ਤਾਂ ਉਸ ਡਿਕਲੇਰੇਸ਼ਨ ਕਰਨੀ ਚਾਹੀਦੀ ਸੀ। ਹੁਣ ਅਗਰ 10 ਇਅਰਸ ਦੀ ਬੈਨ ਲੱਗੀ ਹੈ ਤਾਂ ਹੁਣ ਕੋਈ ਨਹੀਂ ਹੋ ਸਕਣਾ। 10 ਇਅਰਸ ਦੀ ਬੈਨ ਸਿਰਫ ਮੈਰਿਜ ਦੇ ਕੇਸ ਤੇ ਅਪਲਾਈ ਨਹੀਂ ਹੋਣੀ ਹੈ, ਬਾਕੀ ਸਾਰੇ ਕੇਸਿਸ ਤੇ ਐਪਲੀਕੇਸ਼ਨ ਹੋਏਗੀ। ਕਿਉਂਕਿ ਅगर कोई भी एप्लीकेशन करना है, स्टूडेंट डिपेंडेंट कोई भी एप्लीकेशन करना, वो 10 ईयर तक एप्लीकेशन नहीं कर सकूगा। लेकिन अगर मैरिज नहीं बेस से इतने आना चाहे तो उससे 10 ईयर अप्लाई नहीं करना, उससे एनी टाइम एप्लीकेशन पा सकता है। कॉल का शुक्रिया। वेखते हैं अगले कॉलर कौन ने जी। हेलो जी। हेलो जी जी हेलो जी, क्या पता करना है जी? हेलो, मैं तुहानू थोड़ी देर पहला फोन किया सी। मैं पूछना सी कि मेरे वीजे ते नो वर्क आ, नो वर्क एक्सेप्ट ऑफ वर्क प्लेसमेंट आ। जी हाँ जी, जिन्हें ते वर्क प्लेसमेंट है वो किधरे काम नहीं करने नहीं परमिशन है, ਤੁਹਾਨੂੰ भी काम करने नहीं परमिशन नहीं है। तो वर्क प्लेसमेंट होनी है ਜਿਹੜੀ वर्क तो रिलेटेड होवे ते कॉलेज किसी जगह वर्क प्लेसमेंट ਤੁਹਾਨੂੰ ਭੇਜਿਆ ਜਿਹੜਾ पार्ट एंड पार्सल ऑफ द कोर्स है। जिस तरह कोई बंदा ड्राइविंग लर्न करना है, इस वास्ते जी थ्योरी है उस नाल प्रैक्टिकल होना जरूरी है। इस तरह की अगर वर्क प्लेसमेंट है वो चल जाओगी, लेकिन पैसे लेके किसी होर जगह ते तुसी काम करने अलाउड नहीं हो। ਤੁਹਾਡੀ कॉल का शुक्रिया। हेलो जी, मैं वीक च 5 घंटे काम किया वा ते एदा हुण कोई किदां की हो सकदा? जी हाँ, रिफ्यूज आएगा? जी हाँ, तुसी अलाउड नहीं हो। अगर तो इमीग्रेशन वालों ਨੂੰ पता चल गया कि तुसें ਕੰਮ ਦੀ परमिशन नहीं सी, तुसें पेड या अनपेड काम किया है तो वो ਤੁਹਾਡੇ ਵੀਜ਼ੇ ਤੇ असर पेगा अगर इमीग्रेशन वालों ਨੂੰ पता चल गया। कॉल का शुक्रिया। चलो ठीक है, चलो ठीक है, फिर किसी वकील ਨੂੰ ਸਾਰੇ पेपर दस के उन्हें तो एडवाइस ले लियो। कॉल का शुक्रिया। वेखते हैं साढ़े अगले कॉलर कौन ने जी। हेलो जी। हेलो जी। हेलो जी। इज इट काम? जी तुसी गल करो जी। हाँ, मैं पूछना सी कि मेरा एज 65 तो ऊपर हैगी। ठीक है। हेलो जी हाँ बिल्कुल। ते इंडिया दा मेरे को पासपोर्ट हैगा। ठीक है। जे मैं ब्रिटिश लेना है मैंने सारे टेस्ट देने पैणगे कि विदाउट टेस्ट मैंने मिल जाएगा ब्रिटिश पासपोर्ट? नहीं जी, तुसे ब्रिटिश पासपोर्ट वास्ते दो चीज़ां दी लोड़ पैनी है, एक लाइफ इन यूके टेस्ट ते एक इंग्लिश टेस्ट। क्योंकि तुसें एज 65 साल तो ज्यादा है तो लिहाजा तुसें लाइफ इन यूके टेस्ट है वो देने की लोड़ नहीं, तुसी लाइफ इन यूके टेस्ट बगैर एप्लीकेशन पा सकते हो। ਤੁਹਾਡੀ कॉल का शुक्रिया। वेखते हैं साढ़े अगले कॉलर कौन ने जी। हेलो जी। हेलो जी तुसी गल करो जी। हेलो जी। हेलो सत श्री अकाल सर। जी सत श्री अकाल सर। साडी कोर्ट ऑफ अपील दे विच अपील लॉ हो गई है। हुण सानू चार्जिस करना वकील ने दस्से न हो गई भी तुहाडी अपील लॉ हो गई आ, पर हुण कितना क टाइम लगना है सानू जज मोहरे सुननी हुण जाके? ਤੁਹਾਡੇ हक फैसला हो गया कि ਤੁਹਾਨੂੰ परमिशन मिली अपील करने नी? ਸਾਡੇ ਵਕੀਲ ਕਹਿੰਦੇ ਤੁਹਾਡੀ ਜਿਹੜੀ ਪਰਮਿਸ਼ਨ ਉਹ ਲॉ ਹੋ ਗਈ ਆ। ठीक है जी, ਤੁਹਾਡੀ कॉल का शुक्रिया। ਤੁਸੀਂ ਜਦੋਂ ਐਪਲੀਕੇਸ਼ਨ ਪਾਉਂਦੇ ਹੋ ਨਾ ਕੋਰਟ ਆਫ ਅਪੀਲ ਦੇ ਵਿੱਚ, ਪਹਿਲਾ ਸਟੇਜ ਹੋਣਾ ਹੈ ਕਿ ਤੁਹਾਨੂੰ ਪਰਮਿਸ਼ਨ ਦੇਣ ਕਿ ਤੁਹਾਡੀ ਜਿਹੜੀ ਅਪੀਲ ਹੈ ਉਹ ਸੁਣਾਂਗੇ ਔਰ ਉਸ ਤੋਂ ਬਾਅਦ ਤੁਹਾਡੇ ਕੇਸ ਦਾ ਫੈਸਲਾ ਕਰਨ। ਅਗਰ ਤੇ ਤੁਹਾਡੀ ਪਰਮਿਸ਼ਨ ਅਲਾ ਹੋ ਗਈ ਕਿ ਹਾਂ ਅਸੀਂ ਇਸ ਕੇਸ ਨੂੰ ਸੁਣਾਂਗੇ ਤਾਂ ਹੁਣ ਇਸ ਦੀ ਅੱਗੇ ਹੀਅਰਿੰਗ ਹੋ ਜਾਏਗੀ। ਤਾਂ ਜ਼ਿਆਦਾ ਕੋਸ਼ਿਸ਼ ਕਰਨੀ ਹੈ ਕਿ ਕਿਸੇ ਚੰਗੇ ਬੜੇ ਬੈਰਿਸਟਰ ਨੂੰ ਨਾਲ ਲੈ ਜਾਣਾ ਜਿਹੜਾ ਕਿ ਤੁਹਾਡਾ ਕੇਸ ਜੱਜ ਨੂੰ ਦੱਸੇਗਾ ਤੇ ਫਿਰ ਜੱਜ ਇਸ ਦਾ ਫੈਸਲਾ ਕਰੇਗਾ। ਕਿਉਂਕਿ ਜਿਹੜੇ ਇਮੀਗ੍ਰੇਸ਼ਨ ਬੈਰਿਸਟਰ ਇੱਥੇ ਨੇ, ਜਿਹੜੇ ਚੰਗੇ ਬੜੇ ਬੈਰਿਸਟਰ ਉਹ 3-4 ਨੇ, ਉਹਨਾਂ ਚੋਂ ਕਿਸੇ ਚੰਗੇ ਬੈਰਿਸਟਰ ਨੂੰ ਲੈ ਜਾਓ तो वो ਤੁਹਾਡਾ केस फिर जज ਨੂੰ ਦੱਸੇਗਾ ਤੇ जज इसका फैसला करूगा। कॉल का शुक्रिया। वेखते हैं अगले कॉलर कौन ने जी। हेलो हेलो जी। सत श्री अकाल जी। जी सत श्री अकाल। मलिक साहब? जी जी। मलिक साहब मैं अपनी वाइफ ਨੂੰ ਦੋ ਵਾਰੀ ਇੱਥੋਂ ਸਪਾਂਸਰ ਕੀਤੀ ਸੀਗੀ। ਠੀਕ ਹੈ। ਉਹਨਾਂ ਦੀ ਸਿਸਟਰ ਇੱਥੇ ਆ ਜਿੱਦਾਂ ਉਹਨਾਂ ਨੇ ਸਪਾਂਸਰ ਕੀਤੀ ਸੀਗੀ। ਠੀਕ ਹੈ। ਤੇ ਫਸਟ ਟਾਈਮ ਉਹਨਾਂ ਨੇ ਰਿਫਿਊਜ਼ ਕਰਤਾ ਜੀ। ਸੈਕੰਡ ਟਾਈਮ ਉਹ ਕਹਿੰਦੇ ਵੀ ਆਪਣੇ ਹਸਬੈਂਡ ਦਾ ਤੁਸੀਂ ਪਾਸਪੋਰਟ ਤੇ ਉਹਨਾਂ ਨੂੰ ਨਾਲ ਲੈ ਕੇ ਆਓਗੇ। ਮੈਂ ਸ਼ੋਅ ਨਹੀਂ ਕੀਤਾ ਸੀਗਾ ਉੱਥੇ। ਠੀਕ ਹੈ। ਤੇ ਕੀ ਮੈਂ ਅਗਲੀ ਵਾਰੀ ਆਪਣੀ ਵਾਈਫ ਨੂੰ ਸਪਾਂਸਰ ਕਰ ਸਕਦਾ ਜਾਂ ਕਿੱਦਾਂ ਤੁਹਾਡੇ ਨਾਲ ਕੋਈ ਵੀ ਰਾਬਤਾ ਕਾਇਮ ਕਰਾਂ ਮੈਂ? जी ਤੁਹਾਡੀ कॉल का शुक्रिया। ਤੁਸੀਂ ਇਹ ਕਰੋ ਕਿ ਕਿਸੇ ਵਕੀਲ ਨੂੰ ਮਿਲ ਕੇ ਉਹਨੇ ਤੋਂ ਐਡਵਾਈਸ ਲੈ ਲਓ ਜੋ ਕਿਸੇ ਕੁਝ 2-4 ਕੰਪਲਿਕੇਸ਼ਨਸ ਨੇ। ਕਿਉਂਕਿ ਅਗਰ ਤੁਸੀਂ ਪਹਿਲੇ ਕੁਝ ਹੋਰ ਦੱਸਿਆ ਤਾਂ ਹੁਣ ਕੁਝ ਹੋਰ ਦੱਸੋਗੇ ਤਾਂ ਉਹ ਇੱਕ ਨਵਾਂ ਕਾਨੂੰਨ ਬਣ ਗਿਆ ਜਿਸ ਚੋਂ 10 ਸਾਲ ਨਹੀਂ ਬੈਨ ਕਰ ਰਹੇ ਨੇ। ਕਿਉਂਕਿ ਅੱਜ ਨੇ ਪ੍ਰੋਗਰਾਮ ਵਿੱਚ ਦੇਖਿਆ ਹੋਵੇਗਾ 2-3 ਕਾਲਸ ਇਸੇ ਸਿਲਸਿਲੇ ਚ ਆਈਆਂ ਕਿ 10 ਸਾਲ ਨਹੀਂ ਉਹਨੇ ਬੈਨ ਲਾ ਦਿੱਤੀ ਹੈ। ਤੇ ਕਿਸੇ ਵਕੀਲ ਨਾਲ ਪਹਿਲੇ ਮਸ਼ਵਰਾ ਕਰਕੇ ਇੱਕ ਕਨਫੀਡੈਂਸ਼ੀਅਲ ਐਡਵਾਈਸ ਲੈ ਲਿਓ ਕਿ ਤੁਸੀਂ ਉਹਨੇ ਕੀ ਪਹਿਲੇ ਕੀ ਦੱਸਿਆ ਹੁਣ ਕੀ ਦੱਸਣਾ ਹੈ। ਤੁਹਾਡੀ कॉल का शुक्रिया। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਜੀ। हेलो हेलो जी। हेलो मलिक साहब मैं गल कर सकती हूँ? जी बिल्कुल गल करो जी।
ਹੈਲੋ, ਹਾਂਜੀ ਮੈਂ ਨਾ ਲੈਗਸੀ ਕੇਸ ਆਪਣਾ ਮੈਨੂੰ ਲੈਟਰ ਇਹਨਾਂ ਨੇ ਘਰ ਪਾਈ ਸੀ ਤੇ ਮੈਂ ਕਿਸੇ ਵਕੀਲ ਦੇ ਥਰੂ ਨਹੀਂ ਸੀ ਉਹ ਕੇਸ ਲਾਇਆ। ਮੈਂ ਆਪ ਹੀ ਘਰੋਂ ਆਪਣੀ ਬੇਟੀ ਦੇ ਤੇ ਆਪਣੇ ਪੇਪਰ ਭੇਜੇ ਸੀਗੇ, ਜਿੱਦਾਂ ਉਹਨਾਂ ਨੇ ਹਾਲੇ ਤੱਕ ਕੋਈ ਆਨਸਰ ਨਹੀਂ ਦਿੱਤਾ ਹੈਗਾ ਆ। ਤੇ ਤੁਹਾਡਾ ਕਿਹੜਾ ਕੇਸ ਹੈ? ਲੈਗੇਸੀ ਵਾਲਾ ਕੇਸ ਹੈ? ਹਾਂਜੀ ਲੈਗਸੀ ਦਾ ਕੇਸ ਆ। ਉਹਨਾਂ ਨੇ ਮੈਨੂੰ ਘਰੇ ਲੈਟਰ ਪਾਈ ਸੀਗੀ। ਤੇ ਲੈਟਰ ਦੇ ਵਿੱਚ ਕੀ ਲਿਖਿਆ ਸੀ? ਲੈਟਰ ਵਿੱਚ ਲਿਖਿਆ ਤੁਸੀਂ ਆਪਣੀਆਂ ਫੋਟੋਆਂ ਭੇਜੋ ਤੇ ਜੇ ਆਪਣਾ ਤੁਸੀਂ ਆਪਣੇ ਡਾਟਰ ਦੀ ਭੇਜੋ ਜਾਂ ਆਪਣੀ ਕੋਈ ਫੋਟੋ ਭੇਜੋ ਤਾਂ ਆਪਣੇ ਕੋਈ ਬਰਥ ਸਰਟੀਫਿਕੇਟ ਭੇਜੋ। ਤੁਹਾਡੀ ਬੱਚੀ ਕੀ ਇੱਥੇ ਕਿੰਨਾ ਅਰਸਾ ਹੋ ਗਿਆ ਡਾਟਰ ਨੂੰ? ਉਹਨੂੰ ਜਿੱਦਾਂ ਹਲੇ ਉਹ 3 ਸਾਲ ਦੀ ਹੋ ਗਈ ਆ। ਤਾਂ ਉਸੇ ਫਾਦਰ ਦੀ ਨੈਸ਼ਨੈਲਿਟੀ ਕੀ ਹੈ? ਉਹਦੇ ਫਾਦਰ ਜਿੱਦਾਂ ਉਹ ਵੀ ਇੰਡੀਆ ਤੋਂ ਆਏ ਆ ਹਨਾ। ਤੇ ਅਸਾਲਮ ਕਿਹੜੇ ਸਾਲ ਚ ਅਪਲਾਈ ਕੀਤੀ ਸੀ? ਸਾਨੂੰ ਜਿੱਦਾਂ ਨੀਅਰਲੀ 3 ਸਾਲ ਹੋ ਗਿਆ, 2-2.5 ਸਾਲ ਹੋ ਗਿਆ ਕਿਸੇ ਨੂੰ ਅਪਲਾਈ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਅਗਰ ਤੋਂ ਉਹਨੇ ਫੋਟੋ ਤੁਹਾਡੇ ਤੋਂ ਮੰਗੇ ਜਾਂ ਪੇਪਰ ਮੰਗੇ ਤੁਸੀਂ ਉਹਨਾਂ ਨੂੰ ਜਿੰਨਾ ਜਲਦੀ ਹੋ ਸਕੇ ਭੇਜ ਦਿਓ। ਤੇ ਅਗਰ ਤੁਹਾਡਾ ਕੇਸ ਚੱਲ ਰਿਹਾ ਇਮੀਗ੍ਰੇਸ਼ਨ ਵਾਲੇ ਦਰਮਿਆਨ ਵਿੱਚ ਫੋਟੋ ਤੇ ਪੇਪਰ ਵਗੈਰਾ ਮੰਗ ਲੈਣ ਬਾਜ਼ ਕਰਤੇ ਅੱਛਾ ਸਾਈਨ ਹੋਣਾ ਹੈ। ਤੇ ਅਗਰ ਤਾਂ ਤੁਸੀਂ 2007 ਤੋਂ ਪਹਿਲੇ ਅਸਾਲਮ ਕਲੇਮ ਕੀਤੀ ਸੀ ਫਿਰ ਤੁਹਾਡੇ ਬਹੁਤ ਹੀ ਜ਼ਿਆਦਾ ਚਾਂਸਸ ਨੇ ਕਿ ਤੁਹਾਨੂੰ ਇੱਥੇ ਸਟੇ ਲੱਭ ਜਾਊਗਾ। ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਜੀ। ਹੈਲੋ ਜੀ। ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮਲਕ ਸਾਹਿਬ ਬੋਲ ਰਹੇ ਜੀ ਜੀ। ਹਾਂਜੀ ਸਰ ਜੀ ਇਦਾਂ ਗੱਲ ਹੈ ਕਿ ਮੈਂ ਮੇਰੀ ਵਾਈਫ ਅਸੀਂ ਇਟਲੀ ਤੋਂ ਮੂਵ ਹੋਏ ਆਪਾਂ ਇੱਥੇ। ਠੀਕ ਹੈ। ਤੇ ਜਨਵਰੀ ਦੇ ਵਿੱਚ ਮੈਂ ਇੰਡੀਆ ਮੈਰਿਜ ਕਰਵਾ ਕੇ ਆਇਆ ਸੀਗਾ ਤੇ ਉਸ ਤੋਂ ਬਾਅਦ ਇਟਲੀ ਆਇਆ ਮੈਂ। ਇਟਲੀ ਤੋਂ ਫਿਰ ਮੈਂ ਹੁਣ ਜਿੱਦਾਂ ਯੂਕੇ ਐਂਟਰੈਂਸ ਵੀਜ਼ਾ ਲੈ ਕੇ ਮੈਂ ਇੱਥੇ ਯੂਕੇ ਚ ਆਇਆ। ਠੀਕ ਹੈ। ਪਹਿਲਾਂ ਮੈਂ ਐਜ਼ ਅ ਸਟੂਡੈਂਟ ਸੀਗਾ ਇੱਥੇ। ਠੀਕ ਹੈ। ਤੇ ਹੁਣ ਜਿੱਦਾਂ ਮੇਰੀ ਵਾਈਫ ਮੇਰੇ ਨਾਲ ਹੀ ਆ ਗਏ ਤੇ ਉਹ ਪ੍ਰੈਗਨੈਂਟ ਨੇ। ਠੀਕ ਹੈ। ਐਂਡ ਦੈਨ ਤੇ ਮੈਂ ਪੁੱਛਣਾ ਸੀਗਾ ਵੀ ਜਿੱਦਾਂ ਮੈਂ ਜਿਹੜਾ 5 ਸਾਲ ਦਾ ਵਰਕ ਪਰਮਿਟ ਜਿਹੜਾ ਹੁੰਦਾ ਲੈਣਾ ਹੋਵੇ ਇੱਥੇ ਠੀਕ ਤੇ ਉਹਦੇ ਲਈ ਮੈਨੂੰ ਕੀ ਕਰਨਾ ਪੜੇਗਾ ਜੀ? ਤੇ ਤੁਹਾਡੇ ਕੋਲ ਕਿਹੜਾ ਪਾਸਪੋਰਟ ਹੈ? ਮੇਰੇ ਕੋਲ ਇੰਡੀਅਨ ਪਾਸਪੋਰਟ ਹੈ ਤੇ ਮੇਰੀ ਵਾਈਫ ਕੋਲ ਇਟਾਲੀਅਨ ਪਾਸਪੋਰਟ ਹੈ ਜੀ। ਅੱਛਾ ਇੰਡੀਅਨ ਪਾਸਪੋਰਟ ਹੈ। ਤੇ ਤੁਹਾਨੂੰ ਆਏ ਨੇ ਕਿੰਨਾ ਅਰਸਾ ਹੋ ਗਿਆ? ਮੈਨੂੰ ਹੋ ਗਿਆ 1.5 ਮਹੀਨਾ ਹੋ ਗਿਆ। ਤੇ ਤੁਹਾਡੇ ਕੋਲ 6 ਮਹੀਨੇ ਦਾ ਵੀਜ਼ਾ ਹੋਣਾ? ਹਾਂਜੀ ਮੇਰੇ ਕੋਲ ਜਨਵਰੀ ਤੱਕ ਦਾ ਵੀਜ਼ਾ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਇਸ ਵਿੱਚ ਕਿ ਅਗਰ ਤੁਹਾਡੀ ਵਾਈਫ ਨੂੰ ਇੱਥੇ ਕੰਮ ਲੱਭ ਜਾਣਾ ਹੈ ਤਾਂ ਉਹ ਕੰਮ ਕਰਨਾ ਸ਼ੁਰੂ ਕਰ ਦੇਣਾ ਫੁੱਲ ਟਾਈਮ ਫਿਰ ਤੁਸੀਂ ਇੱਥੇ ਐਪਲੀਕੇਸ਼ਨ ਕਰ ਸਕਦੇ ਹੋ ਆਪਣੇ ਸਟੇ ਵਾਸਤੇ ਤਾਂ ਤੁਹਾਨੂੰ ਇੱਥੇ 5 ਸਾਲ ਦਾ ਸਟੇ ਲੱਭ ਜਾਊਗਾ। ਲੇਕਿਨ ਉਸ ਵਾਸਤੇ ਸ਼ਰਤ ਹੈ ਕਿ ਤੁਹਾਡੀ ਵਾਈਫ ਨੂੰ ਇੱਥੇ ਕੰਮ ਲੱਭ ਜਾਏ, ਉਹ ਕੰਮ ਕਰਨਾ ਸ਼ੁਰੂ ਕਰਦਾ ਹੈ ਤੇ ਜਨਵਰੀ ਤੋਂ ਪਹਿਲੇ ਐਨੀ ਟਾਈਮ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ। ਉਸ ਵਾਸਤੇ ਸਿਰਫ ਫੁੱਲ ਟਾਈਮ ਕੰਮ ਕਰਨੇ ਦੀ ਸ਼ਰਤ ਹੈ ਤੇ ਕੋਈ ਮਿਨੀਮਮ ਵੇਜਿਸ ਜਾਂ ਮੈਕਸਿਮਮ ਵੇਜਿਸ ਕੋਈ ਜ਼ਰੂਰੀ ਨਹੀਂ ਨੇ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਜੀ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਜੀ ਮੈਂ ਥੋੜੀ ਸਲਾਹ ਲੈਣੀ ਮਲਿਕ ਸਾਹਿਬ से। ਜੀ ਬਿਲਕੁਲ। ਐਕਚੁਅਲੀ ਜੀ ਮੇਰੀ ਅੰਗੇਜਮੈਂਟ ਹੋ ਚੁੱਕੀ ਹੈ ਐਂਡ ਜਿਹੜੇ ਮੇਰੀ ਫਿਆਂਸੇ ਉਹ ਅਮਰੀਕਨ ਸਿਟੀਜ਼ਨ ਹੈਗੀ ਰਾਈਟ। ਠੀਕ। ਐਂਡ ਮੈਂ ਇੱਥੇ ਓਵਰਸਟੇ ਹੈਗਾ। ਠੀਕ। ਹਾਂਜੀ ਤੇ ਉਹ ਇੱਥੇ ਮੂਵ ਹੋਣਾ ਚਾਹੁੰਦੇ ਆ। ਜੇ ਉਹਨਾਂ ਨੇ ਇੱਥੇ ਬ੍ਰਿਟਿਸ਼ ਨੈਸ਼ਨੈਲਿਟੀ ਲੈਣੀ ਆ ਉਹਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਤਾਂ ਨਹੀਂ ਇੱਥੇ ਆ ਗਈ? ਉਹਨਾਂ ਦੀ ਕੀ ਨੈਸ਼ਨੈਲਿਟੀ ਹੈ? ਅਮਰੀਕਨ। तो ਕਿਹੜੀ ਬੇਸ ਤੇ ਇੱਥੇ ਆਉਣਾ ਚਾਹੁੰਦੇ ਨੇ? ਉਹ ਜਸਟ ਇਸ ਕਰਕੇ ਸਮਝ ਜਾਂਦੇ ਕਿ ਉੱਥੇ ਨਹੀਂ ਰਹਿਣਾ ਚਾਹੁੰਦੇ ਉਹ ਥੋੜਾ ਜਿਹਾ ਮਤਲਬ ਆਪਣਾ ਫੈਮਿਲੀ ਪ੍ਰੋਬਲਮ ਹੈਗੀ ਹੈ ਕੁਝ। जी मैं समझ गया जी, ਤੁਹਾਡੀ ਕਾਲ ਦਾ ਸ਼ੁਕਰੀਆ। नहीं अमेरिकन की इस तरह अलाउड नहीं है इत्थे आके रहना। सिर्फ ਜਿਹੜੇ यूरोपियन सिटीजन हैं ਉਹ ਇੱਥੇ ਆके रह सकने ਕੰਮ कर सकने लेकिन अमेरिकन की उया रूल अप्लाई करेंगे ਜਿਹੜੇ इंडिया तो होंगे या किसी और कंट्री तो होने चूंकि सिर्फ एक उन्होंने बेनिफिट्स है कि वो एयरपोर्ट ਤੇ आके वीजा उन्होंने ਲੱਭ ਜਾਣਾ बाकी रूल्स ਇੱਕੇ ਤਰ੍ਹਾਂ ਨੇ ਤੇ ਉਹ ਦੇਖੋ ਕਿ ਉਹ ਕਿਹੜੇ ਗਰਾਊਂਡ ਤੇ यूके ਆਣਾ ਚਾਹਨੇ अगर तो कोई पैसे शासे ते होन या पढ़ने छड़ने आते हो अलग गल है लेकिन किसी वकील तो पहले एडवाइस लभ रहे हो। काल का शुक्रिया। वेखदे अगले कॉलर कौन ने जी। हेलो जी। जी हेलो जी। ਸਤਿ ਸ਼੍ਰੀ ਅਕਾਲ ਭਾਜੀ। जी सत श्री अकाल ਭਾਜੀ ਮੈਂ ਲੈਕਸੀ ਦੇ ਵਿੱਚ ਲੱਗਾ ਕਿ 4 ਸਾਲ ਹੋ ਗਏ ਆ। ठीक है। ਤੇ ਉਸ ਨੂੰ ਭਾਜੀ ਮੇਰੇ ਤੋਂ ਉਹਨਾਂ ਨੇ ਫੋਟੋਆਂ ਮੰਗੀਆਂ ਨੂੰ ਵੀ 2 ਸਾਲ ਹੋ ਗਏ ਆ। ठीक है। ਤੇ ਬਾਅਦ ਦੇ ਵਿੱਚ ਵੀ ਉਹਨਾਂ ਨੇ ਮੇਰੇ ਤੋਂ ਬਿੱਲ ਵਗੈਰਾ ਕੀ ਕੁਛ ਮੰਗਿਆ ਉਹ ਮੈਂ ਸਾਰਾ ਕੁਝ ਉਹਨਾਂ ਨੂੰ ਭੇਜਦਾ ਸੀ ਪਰ ਹੁਣ ਤਕਰੀਬਨ 7-8 ਮਹੀਨੇ ਹੋ ਗਏ ਉਹ ਸਾਰਾ ਕੁਝ ਉਹਨਾਂ ਨੇ ਮੈਨੂੰ ਵਾਪਸ ਭੇਜਤਾ ਸੀਗਾ ਨਾ। ਅੱਛਾ। ਕਹਿੰਦੇ ਵੀ ਤੁਹਾਡਾ ਕੇਸ ਜਿੱਦਾਂ ਚੱਲ ਰਿਹਾ ਪਰ ਉਸ ਤੋਂ ਬਾਅਦ ਕੋਈ ਉਹਨਾਂ ਦਾ ਆਨਸਰ ਨਹੀਂ ਆਇਆ। ਕੀ ਉਹ ਦੱਸ ਸਕਦੇ ਵੀ ਲੈਕਸੀ ਦੇ ਕੇਸ ਕੀ ਚੱਲ ਰਿਹਾ ਅੱਜ ਕੱਲ ਕੀ ਹੋ ਰਿਹਾ? जी ਤੁਹਾਡੀ ਕਾਲ ਦਾ ਸ਼ੁਕਰੀਆ। ਤੁਹਾਨੂੰ ਸਟੇ ਲੱਭ ਜਾਣਾ ਚਾਹੀਦਾ ਸੀ ਲੈਗੇਸੀ ਚੁੱਕੇ ਉਹ ਲੋਕੀ ਜਿਹਨੇ 2007 ਤੋਂ ਪਹਿਲੇ ਅਪਲਾਈ ਕੀਤੇ ਉਹਨਾਂ ਦਾ ਰਾਈਟ ਬਣਨਾ ਸੀ ਕਿ ਸਾਰੇ ਨੂੰ ਇੱਥੇ ਸਟੇ ਲੱਭ ਜਾਏ ਲੇਕਿਨ ਬਾਜ਼ ਲੋਕਾਂ ਨੇ ਕੇਸਿਸ ਦੀ ਕਾਫੀ ਸਾਰੀ ਡੀਲੇ ਹੋ ਗਈ ਲੇਕਿਨ ਹੁਣ ਵੀ ਲੋਕਾਂ ਨੂੰ ਸਟੇ ਲੱਗ ਕੇ ਆ ਰਹੇ ਨੇ ਤੇ ਤੁਹਾਨੂੰ ਵੀ ਸਟੇ ਲੱਭ ਜਾਣਾ ਚਾਹੀਦਾ ਤੇ ਅਗਰ ਤੇ 8-9 ਮਹੀਨੇ ਹੋ ਗਏ ਤੁਹਾਨੂੰ ਪੇਪਰ ਭੇਜੇ ਤੇ ਤੁਸੀਂ ਉਹਨਾਂ ਨੂੰ ਇੱਕ ਹੋਰ ਰਿਮਾਈਂਡਰ ਪਾ ਦਿਓ ਕਿ ਜੀ ਮੇਰੇ ਕੇਸ ਨਾਲ ਪਲੀਜ਼ ਜਲਦੀ ਫੈਸਲਾ ਕਰੋ। ਤੁਹਾਡੀ ਕਾਲ ਦਾ ਸ਼ੁਕਰੀਆ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮਤਲਬ ਮੈਂ ਤੁਹਾਨੂੰ 1 ਮਿੰਟ ਪਹਿਲਾਂ ਫੋਨ ਕੀਤਾ ਸੀਗਾ ਮੈਂ ਇਟਲੀ ਤੋਂ ਮੂਵ ਹੋਇਆ ਇੱਥੇ ਅਸੀਂ। ਠੀਕ ਹੈ। ਤੇ ਉਹਦੇ ਲਈ ਮੈਂ ਤੁਹਾਨੂੰ ਕਨਫਰਮ ਕਰਨਾ ਸੀਗਾ ਤੁਸੀਂ ਕਹਿੰਦੇ ਸੀ ਕਿ ਵਾਈਫ ਦਾ ਕੰਮ ਕਰਨਾ ਜ਼ਰੂਰੀ ਹੈ ਬਿਕੋਜ਼ ਉਹ ਪ੍ਰੈਗਨੈਂਟ ਨੇ ਤੇ ਉਹ ਕੰਮ ਨਹੀਂ ਕਰ ਸਕਦੇ ਜੀ।
नहीं जी, फिर कोई चांसेस नहीं ने, क्योंकि फिर अगर तक कोई यूरोपियन सिटीजन इतने कम ना कर सको, कहने जी तुम फिर अपने कंट्री चले जाओ। यूरोपियन कंट्री सिर्फ कंट्री ने जो सिटीजन वो तई यूके आ सकने, अपने स्पाउस के रख सकने कि एज ए वर्कर यूके आन या पढ़ने वास्ते यूके आन। अगर तो ना तो पढ़ने वास्ते आन तो ना कम करने वास्ते आन, फिर वो कहने कि जी तुम अपनी कंट्री बह रहे हो, इतने ना आओ। तो जदों तक वो कम ना करेंगे फिर ताड़ा इथों नहीं हो सकूगा। कल का शुक्रिया। वेखते हैं अगले कॉलर कौन ने जी। जी जी क्या पता करना है जी? मलिक साहब, मैं जो है ना मई ਦੇ ਵਿੱਚ ਮੇਰਾ 10 ਸਾਲ ਵਾਲਾ ठीक है वो ਲੱਗਿਆ ਸੀ, मतलब ਅਪਲਾਈ ਕੀਤਾ ਸੀ। ठीक है। ਤੇ ਉਸ ਤੋਂ ਬਾਅਦ ਉਹਨਾਂ ਨੇ ਬਾਇਓਮੈਟ੍ਰਿਕ ਵੀ ਮੰਗ ਲਏ ਤੇ ਉਹ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ ਉਹਨਾਂ ਦਾ। ठीक। तो 10 साल तुम लीगली इतने रहे हो या किस तरह रहे हो? ਅੱਜ ਲੀਗਲ ਚ ਰਹੇ ਜੀ। एज ए स्टूडेंट। किस तरह का वीजा सी तुहाडे कोल?